ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਾੜਤ ਪੰਦਾ ਤਿਸ ਲੱਗੇ ਹਰ ਨਾ ਨਾ ਜੀਨਾ ਪਾਸ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਜਿਹੜਾ ਪਹਿਲਾ ਪਾਠ ਆ ਆਪਾਂ ਉਹ ਇਹ ਤਾਂ ਦੂਆ ਪਾਠ ਸ਼ੁਰੂ ਹੁੰਦਾ ਵਾ। ਸਤਿਗੁਰ ਸਮਝਾ ਰਹੇ ਨੇ ਅਸਾੜ ਤਪੰਦਾ ਤਿਸ ਲੱਗੇ। ਸਰੀਰ ਨੂੰ ਤਾਂ ਲੱਗੂਗਾ ਇਹ, ਪਰ ਜਿਨ੍ਹਾਂ ਦੀ ਕਿਰਪਾ ਹੋ ਚੁੱਕੀ ਹੁੰਦੀ ਹੈ, ਜਿਹਦੀ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਉਹਨਾਂ ਨੂੰ ਨਹੀਂ ਲੱਗਦਾ ਹੈਗਾ। ਕਿਉਂ ਨਹੀਂ ਲੱਗਦਾ ਉਹਨਾਂ ਨੂੰ? ਕਿਉਂਕਿ ਜਿਹੜਾ ਨਾਮ ਹੈ ਉਹ ਸੀਤਲ ਹੈ। ਆਤਸ ਦੁਨੀਆ ਖੁਨਕ ਖੁਦਾਇਆ, ਖੁਦਾ ਦਾ ਨਾਮ ਹੈ ਜਿਹੜਾ ਉਹ ਸੀਤਲ ਹੈ। ਜਿਹੜੀ ਦੁਨੀਆ ਦਾ ਗਿਆਨ ਹੈ ਆਤਸ ਅੱਗ ਹੈ, ਉਹਨਾਂ ਨੂੰ ਨਹੀਂ ਲੱਗਦਾ। ਸਤਿਗੁਰ ਸਮਝਾਉਂਦੇ ਨੇ ਅਸਾੜ ਤਪੰਦਾ ਤਿਸ ਲੱਗੇ ਹਰ ਨਾਹ ਨ ਜਿੰਨਾ ਪਾਸ। ਜਿਨ੍ਹਾਂ ਨੇ ਹਰੀ ਦੀ ਭਗਤੀ ਨਹੀਂ ਕੀਤੀ, ਹਰੀ ਦਾ ਗਿਆਨ ਨਹੀਂ ਲਿਆ, ਕੁਦਰਤ ਦੀ ਰਹਿਮਤ ਨਹੀਂ ਲਈ, ਗੁਰਬਾਣੀ ਅਨੁਸਾਰ ਨਹੀਂ ਚੱਲੇ, ਉਹਨਾਂ ਨੂੰ ਤਪਸ ਲੱਗਦੀ ਹੈ। ਉਹਨਾਂ ਦਾ ਅੰਦਰ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮਕਾਰ ਜਿੰਨੇ ਬਕਾਰ ਨੇ ਉਹ ਹਾਵੀ ਹੋ ਜਾਂਦੇ ਨੇ। ਉਹ ਫਿਰ ਹੰਕਾਰ ਰੂਪ ਬਣ ਜਾਂਦਾ। ਉਹ ਜਿਵੇਂ ਧੁੱਪ ਨਾਲ ਥਲ ਤਪਦੇ ਨੇ, ਇੱਕ ਉਹਨਾਂ ਦਾ ਹਿਰਦਾ ਤਪਦਾ ਰਹਿੰਦਾ ਵਾ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਉਹ ਸੰਸਾਰੀ ਜੀਵਨ ਨੂੰ ਹੀ ਵੱਡਾ ਮੰਨਦੇ ਨੇ। ਉੱਚੀਆਂ ਪਦਵੀਆਂ, ਸੰਸਾਰ ਦੇ ਵਡਿਆਈਆਂ। ਜੇ ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲਈਏ, ਫਰੀਦਾ ਧਨ ਜੋਬਨ ਵਡਿਆਈਆਂ ਗਰਭ ਜਿਨ੍ਹਾਂ ਆਵਾ, ਖਾਲੀ ਚਲੇ ਧਣੀਓਂ ਟਿੱਬੇ ਮੋਹਾ। ਸਤਿਗੁਰ ਸਮਝਾਉਂਦੇ ਨੇ ਬਾਬਾ ਫਰੀਦ ਜੀ, ਕਹਿੰਦੇ ਭਾਈ ਜਿਨ੍ਹਾਂ ਨੂੰ ਇਹ ਹੰਕਾਰ ਹੋ ਜਾਂਦਾ ਸਰੀਰ ਦਾ, ਉੱਚੀਆਂ ਪਦਵੀਆਂ ਦਾ, ਵਡਿਆਈ ਦਾ, ਉਹਨਾਂ ਦਾ ਜੀਵਨ ਐਂ ਚਲੇ ਜਾਂਦਾ ਸੰਸਾਰ ਜਿਵੇਂ ਟਿੱਬੇ 'ਚ ਮੀਂਹ ਪਿਆ ਕੰਮ ਨਹੀਂ ਆਉਂਦਾ। ਉਹੀ ਸਤਿਗੁਰ ਸਮਝਾ ਰਹੇ ਨੇ ਆਪਾਂ ਨੂੰ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਅਸੀਂ ਇਹਨੂੰ ਹੀ ਵੱਡਾ ਸਮਝਣ ਲੱਗ ਗਏ। ਜਿਹੜਾ ਜਗ ਜੀਵਨ ਪੁਰਖ ਆ ਕੌਣ ਹੈ? ਸਾਡੇ ਅੰਦਰ ਹੈ। ਮੋਹਿ ਨਾ ਵਿਸਾਰੋ ਜੀ ਕੇ ਜੀਵਨਾ ਭਗਤ ਜੀ ਸਮਝਾ ਰਹੇ ਨੇ, ਮੈਂ ਜਨ ਤੇਰਾ। ਉਹਨੂੰ ਅਸੀਂ ਵਿਸਾਰਤਾ, ਤਿਉਂ ਸਾਡਾ ਕਾਲ ਹੈ। ਦੂਜੇ ਭਾਏ ਬਗੋਚੀਐ ਗਲ ਪਈ ਸੋ ਜਮ ਕੀ ਫਾਸ। ਹਾਂ, ਦੂਏ ਭਾਏ ਬਗੋਚੀ, ਜਿਹੜਾ ਸੰਸਾਰ ਨਾਲ ਪ੍ਰੇਮ ਪਾ ਲਿਆ ਸੀ ਇਹ ਦੂਆ ਵਾ। ਜੇ ਆਪਾਂ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲਈਏ, ਦੂਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਇਹ ਦੂਈ ਕੁਦਰਤ ਨੇ ਸਾਜੀ ਹੈ, ਸਾਨੂੰ ਇਹਦਾ ਗਿਆਨ ਨਹੀਂ। ਹੁਣ ਆਤਮਾ ਨੂੰ ਪ੍ਰਾਤਮਾ ਦਾ ਗਿਆਨ ਹੋਣਾ ਹੈ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ, ਗੁਰ ਗਿਆਨ ਦੇ ਨਾਲ ਅਸੀਂ ਜਿਹੜਾ ਪਾਰ ਮਾਇਆ ਪਾਰ ਕਰਨੀ ਹੈ। ਪਰ ਗੁਰੂ ਭਗਤਾਂ ਦੇ ਦਰਸਾਏ ਰਾਹ ਤੋਂ ਬਿਨਾਂ ਤਾਂ ਅਸੀਂ ਕਰ ਨਹੀਂ ਸਕਦੇ। ਡੁੱਬਦੇ ਕਿਉਂ ਅਸੀਂ? ਸਾਨੂੰ ਜੰਮਣ ਮਰਨ ਕਿਉਂ ਆ? ਫਿਰ ਪੜ੍ਹੋ। ਦੂਜੇ ਭਾਏ ਬਗੋਚੀਐ ਗਲ ਪਈ ਸੋ ਜਮ ਕੀ ਫਾਸ। ਜਿਹੜਾ ਸੰਸਾਰ ਹੈ ਕਿ ਜਮ ਮਾਰਗ ਹੈ, ਇਹ ਜਮ ਫਾਸ ਹੈ। ਇਹਨੂੰ ਅਸੀਂ ਪ੍ਰਾਪਤੀ ਸਮਝਦੇ ਹਾਂ। ਉਹ ਸਾਰੇ ਉੱਚ ਉੱਚੀਆਂ ਪਦਵੀਆਂ ਦੀ ਪ੍ਰਾਪਤੀ ਖਾਤਰ ਲੱਗੇ ਹੋਏ ਆ, ਕਾਲ ਤਾਂ ਭੁੱਲੇ ਹੋਏ ਨੇ। ਸਾਚ ਛੋੜ ਝੂਠ ਸੰਗ ਮਚੈ, ਸੱਚ ਨੂੰ ਛੱਡਤਾ, ਝੂਠ ਨਾਲ ਖੁਸ਼ ਹੋ ਰਿਹਾ। ਕੋਈ ਸਤਿਗੁਰ ਸਮਝਾ ਰਹੇ ਨੇ ਦੂਏ ਭਾਈ ਬਗੋਚੀਏ ਗਲ ਪਈਏ ਜਮ ਪਾਸ। ਚੜ੍ਹਦੇ ਨਹੀਂ ਜਮ। ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ। ਸਤਿਗੁਰ ਸਮਝਾਉਂਦੇ ਨੇ ਵੀ ਜੋ ਤੁਹਾਡੇ ਮਨ ਦੇ ਵਿੱਚ ਜੋ ਤੁਸੀਂ ਇਹ ਬੀਜ ਰਹੇ ਹੋ ਉਹੀ ਪ੍ਰਾਪਤ ਹੋਣਾ। ਜਿਹਾ ਬੀਜੇ ਸੋ ਲੁਣੇ, ਉਹੀ ਮਿਲਣਾ ਵਾ। ਮੱਥੇ ਸੋ ਲਿਖਿਆਸ, ਉੱਧਰ ਨੂੰ ਹੀ ਜਾਊਗਾ ਨਾ ਮਨ। ਜਿਵੇਂ ਆਪਾਂ ਸੰਸਾਰੀ ਭਾਵ ਵੀ ਲਈ, ਹੁਣ ਟ੍ਰੇਨ 'ਤੇ ਲਿਖਿਆ ਹੋਇਆ ਬੰਬਈ, ਤਾਂ ਜੰਮੂ ਕਿਵੇਂ ਜਾਊਗੀ ਉਹ? ਜੋ ਸਾਡੇ ਅੰਦਰ ਲਿਖਿਆ ਉੱਧਰ ਨੂੰ ਜਾਵਾਂਗੇ ਨਾ। ਫਿਰ ਉਹੀ ਸਤਿਗੁਰ ਸਮਝਾ ਰਹੇ ਨੇ, ਮੱਥੇ ਸੋ ਲਿਖਿਆਸ। ਰਹਿਣ ਬਿਹਾਣੀ ਪਸਤਾਣੀ ਉੱਠ ਚੱਲੀ ਗਈ ਨਿਰਾਸ। ਸਤਿਗੁਰ ਸਮਝਾ ਰਹੇ ਨੇ ਭਾਈ ਵੀ ਰਹਿਣ ਜਿਹੜੀ ਹੈਗੀ ਹੈ, ਜੀਵਨ ਸਾਡਾ ਜਦੋਂ ਚੱਲਿਆ ਜਾਂਦਾ ਫਿਰ ਸਾਨੂੰ ਸਮਝ ਆਉਂਦੀ ਹੈ, ਫਿਰ ਪਛਤਾਉਂਦਾ ਹੈ, ਹੁਣ ਸਮਾਂ ਨਿਕਲ ਜਾਂਦਾ ਹੈ। ਨੌਵੇਂ ਪਾਤਸ਼ਾਹ ਦਾ ਸਲੋਕ ਆਪਾਂ ਲਈਏ, ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ। ਜਾਨੂੰ ਸਮਾਂ ਆ ਜਾਂਦਾ ਹੈ। ਵੀ ਭਗਤ ਕਬੀਰ ਜੀ ਦਾ ਸਲੋਕ ਲਈਏ, ਭਗਤ ਕਬੀਰ ਸਮਝਾਉਂਦੇ ਨੇ ਵੀ ਜੇ ਤੂੰ ਹੁਣ ਜੀਵ ਇਹ ਭਗਤੀ ਨਹੀਂ ਕੀਤੀ, ਜਾਗਿਆ ਨਹੀਂ, ਇਹ ਫਿਰ ਤੇਰਾ ਜਿਹੜਾ ਜੀਵਨ ਹੈ ਦੁੱਖਾਂ ਭਰਿਆ ਫਿਰ ਹੋ ਜਾਣਾ। ਭਗਤ ਕਬੀਰ ਜੀ ਨੇ ਤਾਂ ਸਿੱਧਾ ਕਿਹਾ ਵਾ, ਜਨ ਭਗਤਨ ਕੋ ਕਿਹਾ ਨਾ ਮੰਨੋ ਕੀ ਉਹ ਆਪਣੋ ਪਾਈਆ। ਸੰਸਾਰ ਨੂੰ ਕਹਿੰਦੇ ਫਿਰ ਪਾਓਗੇ ਭਾਈ, ਫਿਰ ਦੁੱਖ ਪਾਓਗੇ। ਭਗਤ ਕਬੀਰ ਨੂੰ ਜਦੋਂ ਪ੍ਰਾਪਤੀ ਹੋਈ, ਉਹਨਾਂ ਨੇ ਬਾਣੀ ਸੰਸਾਰ ਨੂੰ ਦਿੱਤੀ। ਸਤਿਗੁਰਾਂ ਨੇ ਵਿੱਚ ਦਰਜ ਕੀਤੀ ਹੈ।
ਸਤਿਗੁਰ ਦੀਨੀ ਕਬੀਰ ਕੋ ਲੀ ਕੋਈ ਸਵਾਲ, ਕਬੀਰ ਦੀਨੀ ਸੰਸਾਰ ਕੋ ਇਸ ਲੀਨੀ ਮਸਤਕ ਭਾਗ। ਹੁਣ ਭਾਗਾਂ ਵਾਲੇ ਲੈਣਗੇ ਭਾਈ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਅਸੀਂ ਚੱਲਾਂਗੇ, ਤੈਨੂੰ ਸਾਡੇ 'ਤੇ ਕਿਰਪਾ ਹੋਊਗਾ। ਸਾਡੀ ਬੁੱਧੀ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ ਇਹ, ਇਹੀ ਤਾਂ ਰਹਿਮਤ ਲੈਣੀ ਸਾਨੂੰ ਸਮਝ ਆ ਜਾਵੇ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਖਲਾਸੀ ਹੋਣੀ ਹੈ ਜੀਵ ਦੀ। ਖਲਾਸੀ ਕਿਵੇਂ ਹੋਣੀ? ਜੇ ਆਪਾਂ ਜਪਜੀ ਸਤਿਗੁਰਾਂ ਦੇ ਵਚਨ ਲਈਏ, ਬੰਦ ਖਲਾਸੀ ਭਾਣੇ ਹੋਏ। ਭਾਣੇ ਹੁਕਮ ਦੇ ਵਿੱਚ ਮਨ ਆਉਂਦਾ ਨਹੀਂ ਜਦ ਤੱਕ ਖਲਾਸੀ ਨਹੀਂ ਹੋਣੀ ਹੈਗੀ ਭਾਈ। ਫਿਰ ਪੜੋ, ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਹਾਂ, ਦਰਗਾਹ ਦੀ ਖਲਾਸੀ ਉਹਨਾਂ ਦੀ ਹੋਣੀ ਹੈ, ਦਰਗਾਹ 'ਚ ਉਹਨਾਂ ਨੇ ਪਹੁੰਚਣਾ ਜਿਹਨੂੰ ਸਾਧੂ ਭੇਟੀਏ। ਜਾਂ ਤਾਂ ਹੁਣ ਬਾਹਰਲਾ ਸਾਧੂ ਕੋਈ ਮਿਲੇ, ਗੁਰਸਿੱਖ ਮਿਲੇ, ਜਿਹਨੇ ਆਪਦੇ ਆਪ ਨੂੰ ਸਾਧ ਲਿਆ ਹੋਵੇ। ਸਤਿਗੁਰਾਂ ਦੇ ਵਚਨ ਲਈ ਆਪਾਂ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਜੇ ਸਿੱਧ ਕੀਤਾ ਹੋਵੇ, ਮਨ ਸਾਧ ਲਿਆ ਹੋਵੇ, ਜਾਂ ਤਾਂ ਉਹ ਮਿਲੇ ਜਾਂ ਫਿਰ ਗੁਰਸ਼ਬਦ ਦੀ ਕਮਾਈ ਕੀਰੇ, ਤਾਂ ਖਲਾਸੀ ਹੋਣੀ ਆ ਭਾਈ, ਤਾਂ ਇੱਥੋਂ ਛੁਟਕਾਰਾ ਹੋਣਾ ਵਾ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਹਾਂ ਦਾਤਾ, ਇਹ ਰਹਿਮਤ ਕਰ। ਇਹੀ ਸਿੱਖ ਸੰਗਤ ਨੇ ਬੇਨਤੀ ਕਰਨੀ ਹੈ, ਦਾਤਾ ਸਾਡੇ 'ਤੇ ਕਿਰਪਾ ਕਰੋ, ਸਾਨੂੰ ਇਸ ਮੱਤ ਬਖਸ਼ੋ, ਤੇਰੇ ਸਾਡੇ ਅੰਦਰ ਜਿਹੜੀ ਦਰਸ਼ਨਾਂ ਦੀ ਪਿਆਸ ਲੱਗ ਜਾਵੇ। ਸੱਚੇ ਨਾਮ ਕੀ ਲਾਗੇ ਹਾਂ, ਸਾਡੇ ਅੰਦਰ ਭੁੱਖ ਪੈਦਾ ਹੋ ਜੇ। ਸੱਚੇ ਨਾਮ ਦੀ ਭੁੱਖ ਉਦੋਂ ਪੈਦਾ ਹੁੰਦੀ, ਸਤਿਗੁਰ ਸਮਝਾਉਂਦੇ ਨੇ, ਜੋ ਸੱਚ ਦਾ ਗਿਆਨ ਹੁੰਦਾ, ਫਿਰ ਇਹਨੂੰ ਯਾਦ ਆਉਂਦਾ ਵੀ ਮੇਰਾ ਸੰਸਾਰ 'ਤੇ ਆਉਣ ਦਾ ਕੀ ਕਾਰਨ ਸੀਗਾ। ਫਿਰ ਇਹਦੇ ਗਿਆਨ ਤੋਂ ਬਾਅਦ ਅੰਦਰ ਇਹਦੇ ਭੁੱਖ ਪੈਦਾ ਹੁੰਦੀ, ਫਿਰ ਉਹਨੂੰ ਨਾਮ ਮਿਲਦਾ ਵਾ। ਮਿਰਤੋ ਕੋ ਜਵਾਲਣਹਾਰ, ਭੁੱਖੇ ਕੋ ਦੇਵਤਾ ਆਧਾਰ। ਦਊਗਾ, ਫਿਰ ਜੋ ਜਾਗਿਆ ਵਾ ਭੁੱਖ ਲੱਗੂ ਇਹਨੂੰ ਨਾਮ ਦੀ ਦਊਗਾ। ਵਿਵਿਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਪੁਕਾਰ ਸੁਣੀ ਜਾਊਗੀ ਇਹਦੀ। ਪਰ ਪਹਿਲਾਂ ਇਹਨੂੰ ਗੁਰੂ ਸ਼ਬਦ ਤੋਂ ਸੱਚ ਦਾ ਗਿਆਨ ਹੋਊਗਾ, ਜਾਂ ਗੁਰਸਿੱਖ ਸੰਗਤ ਜਿਹੜੀ ਜਿਹਨੇ ਕਮਾਈ ਕੀਤੀ ਆ ਉਹਨਾਂ ਨਾਲ ਮਿਲ ਕੇ ਹੋਊਗਾ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਸਤਿਗੁਰ ਸਮਝਾ ਰਹੇ ਨੇ ਸਿੱਖ ਸੰਗਤ ਨੂੰ ਵੀ ਦੂਜਾ ਤਾਂ ਭਾਈ ਹੋਰ ਕੋਈ ਹੈ ਨਹੀਂ ਜਿਹਦੇ ਅੱਗੇ ਬੇਨਤੀ ਕਰੋ। ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ, ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਤਿਸ ਤਜ ਅਬਰ ਕਹਾਂ ਕੋ ਜਾਏ। ਸਭ ਸਰ ਏਕ ਨਿਰੰਜਨ। ਸਾਰਿਆਂ ਤੇ ਨਿਰੰਜਨ ਦਾ ਹੁਕਮ ਚੱਲਦਾ, ਉਹਨੂੰ ਕਿਹਨੇ ਪੈਦਾ ਕੀਤਾ? ਉਹ ਸਾਨੂੰ ਕਿਵੇਂ ਬਚਾ ਦੂਗਾ? ਹਾਂ, ਸਮਝਾ ਤਾਂ ਸਕਦਾ ਹੋ ਜੇ ਉਹ ਸਮਝ ਗਿਆ, ਉਹਨੇ ਭਗਤੀ ਕੀਤੀ, ਉਹਦੀ ਭਗਤੀ ਪ੍ਰਵਾਨ ਹੋ ਗਈ, ਸਮਝਾ ਤਾਂ ਸਕਦਾ ਵੀ ਭਾਈ ਆਹ ਵਿਧੀ ਨਾਲ ਤੁਸੀਂ ਪਾਰ ਦੇ। ਪਰ ਉਹਦੀ ਵੀ ਤਾਂ ਉਹਦਾ ਹੀ ਹੁਕਮ ਚੱਲਦਾ ਹੈ, ਉਹੀ ਬੇਨਤੀ ਕਰਨੀ ਹੈ ਭਾਈ। ਅਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਹਾਂ, ਉਹਨਾਂ ਦਾ ਹਿਰਦਾ ਨਹੀਂ ਤਪਦਾ, ਉਹਨੂੰ ਤਾਂ ਸੋਹਣਾ ਲੱਗਦਾ ਹੈ। ਕਿਉਂ? ਉਹਦੇ ਅੰਦਰ ਜਿਹੜੇ ਹੈਗੇ ਆ, ਜਿਹੜਾ ਹਿਰਦਾ ਤਪਦਾ ਸੀ ਕ੍ਰੋਧ ਮੋਹ ਲੋਭ ਨਾਲ, ਵਾਸ਼ਨਾ ਨਾਲ, ਉਹ ਤੋਂ ਛੁਟਕਾਰਾ ਹੋ ਗਿਆ, ਉਹ ਸਹਿਜ ਦੁਨੀਆ 'ਚ ਪਹੁੰਚ ਗਿਆ ਉਹਦਾ। ਕਿਉਂਕਿ ਹਰ ਚਰਨ ਨਿਵਾਸ ਹੋ ਗਿਆ ਨਾ ਉਹਦਾ। ਹਰ ਚਰਨ ਨਿਵਾਸ ਕੀ ਹੁੰਦਾ ਹੈ? ਉਹ 'ਚ ਗੁਣ ਪੈਦਾ ਹੋ ਗਏ। ਹੁਣ ਗੁਣ ਸਾਡੇ 'ਚ ਕੋਈ ਨਹੀਂ, ਭਗਤ ਅਸੀਂ ਪਹਿਲਾਂ ਵਾ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ ਆਪਾਂ, ਬਿਨ ਗੁਣ ਕੀਤੇ ਭਗਤ ਨਾ। ਭਗਤੀ ਕਿਵੇਂ ਹੋ? ਗੁਣ ਤਾਂ ਸਾਡੇ 'ਚ ਕੋਈ ਨਹੀਂ ਹੈਗਾ। ਨਿਰਭਉ ਅਸੀਂ ਨਹੀਂ, ਨਿਰਵੈਰ ਅਸੀਂ ਨਹੀਂ, ਨਾਲ ਅਸੀਂ ਕਿਹੜੀ ਕਿਹੜੀ ਸੰਗਤ ਲਈ ਫਿਰਦੇ ਹਾਂ, ਭੈਤ ਸਾਡੇ ਅੰਦਰੋਂ ਗਿਆ ਨਹੀਂ। ਗੁਰੂ ਭਗਤ ਦੇਖ ਲਓ, ਪਿੱਛੇ ਉਹਨਾਂ ਦਾ ਜੀਵਨ ਇਕੱਲੇ ਹੀ ਗਏ ਨੇ, ਉਹ ਤਾਂ ਕਿਤੇ ਅੱਗੇ ਗਾਹਾਂ ਆਪਾਂ ਪ੍ਰਸੰਗ ਕਰਨੀ ਹੈ ਭਗਤ ਕਬੀਰ ਜੀ ਦਾ। ਇਕੱਲੇ ਸੀ, ਉਹਦਾ ਰਾਜਾ ਸੀ, ਕਿੰਨੀ ਪ੍ਰਜਾ ਸੀ, ਤਾਂ ਵੀ ਕੁਛ ਨਹੀਂ ਵਿਗਾੜ ਸਕੇ ਉਹਦਾ। ਹਾਥੀ ਆ ਕੇ ਮਿੰਨਤਾਂ ਕਰਦਾ ਹੈ। ਪਰ ਜਿਨ੍ਹਾਂ ਦਾ ਹਰ ਚਰਨ ਨਿਵਾਸ ਹੁੰਦਾ, ਜਿਹੜੇ ਉਹਦੇ ਚਰਨਾਂ 'ਚ ਪਹੁੰਚ ਜਾਂਦੇ ਨੇ, ਉਹਨਾਂ ਨੂੰ ਨਹੀਂ ਅਸਾੜ ਤਪਦਾ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਉਹਨਾਂ ਦਾ ਹੀ ਪਿਆਰ ਹੁੰਦਾ ਹੈ। ਅੱਗੇ ਸਤਿਗੁਰ ਸਮਝਾਉਂਦੇ ਨੇ, ਸਾਵਣ ਦੇ ਵਿੱਚ ਮੀਂਹ ਜੋ ਸ਼ੁਰੂ ਹੁੰਦਾ ਹੈ, ਉਹਦੇ ਨਾਮ ਦੀ ਵਰਖਾ ਹੋ ਰਹੀ ਹੈ, ਅੰਦਰ ਭਿੱਜਿਆ ਹੋਇਆ। ਕਾਮਣੀ ਚਰਨ ਕਮਲ ਸਿਉ ਪਿਆਰ, ਜਦੋਂ ਅੰਦਰ ਨਾਮ ਗਿਆਨ ਰਸ ਵੱਧ ਰਿਹਾ ਵਾ। ਜੇ ਆਪਾਂ ਸਤਿਗੁਰਾਂ ਦੇ ਵਚਨ ਲਈਏ, ਕਹਿੰਦੇ ਐਸਾ ਇਹ ਗੁਰ ਸ਼ਬਦ ਵਿਚਾਰ 'ਚੋਂ ਗਿਆਨ ਪੈਦਾ ਹੁੰਦਾ, ਬਿਨ ਬਾਦਲ ਵਰਖਾ ਹੋਈ, ਜੋ ਤੱਤ ਵਿਚਾਰੇ ਕੋਈ। ਜਦੋਂ ਗੁਰਸਿੱਖ ਸੰਗਤ ਕੋਈ ਪ੍ਰਾਪਤੀ ਕਰਕੇ ਇਹਦੀ ਵਿਚਾਰ ਕਰਦਾ ਵਾ, ਸਤਿਗੁਰ ਸਮਝਾਉਂਦੇ ਨੇ, ਕਹਿੰਦੇ ਭਾਈ ਬੱਦਲਾਂ ਤੋਂ ਬਿਨਾਂ ਮੀਂਹ ਪੈਂਦਾ। ਪਰ ਪੈਂਦਾ ਕਿਹਨਾਂ 'ਤੇ ਆ? ਜਿਨ੍ਹਾਂ ਦਾ ਹਿਰਦਾ ਤਿਆਰ ਹੈ, ਜਿਨ੍ਹਾਂ ਦਾ ਭਾਂਡਾ ਰੂਪ ਮਨ ਸਿੱਧਾ ਸਾਫ਼ ਹੈ, ਜਿਹੜੇ ਤਿਆਰੀ 'ਚ ਬੈਠੇ ਨੇ। ਜਿਵੇਂ ਆਪਾਂ ਫਸਲ ਤਿਆਰ ਕਰਨੀ, ਬੀਜਣੀ ਆ, ਤਾਂ ਆਪਾਂ ਖੇਤ ਨਹੀਂ ਤਿਆਰ ਕਰਦੇ। ਜਿਹੜੇ ਮਨ ਬੁੱਧੀ ਤਿਆਰ ਕਰੀ ਬੈਠੇ, ਉਹਨਾਂ 'ਤੇ ਪੈਂਦੀ ਹੈ ਫਿਰ ਇਹ। ਮਨ ਤਨ ਰਤਾ ਸੱਚ ਰੰਗ, ਏਕੋ ਨਾਮ ਆਧਾਰ। ਇੱਕ ਨਾਮ ਦੇ ਆਸਰੇ ਨੂੰ ਬੈਠੀ ਹੈ, ਭਗਤੀ ਸ਼ੁਰੂ ਹੈ। ਰੱਤਾ ਦਾ ਹੁੰਦਾ ਸਮਾਈ ਹੋਈ ਹੈ, ਸੱਚ ਦਾ ਰੰਗ ਹੈ, ਸੱਚ ਦਾ ਜਸ ਕਰਦੀ ਹੈ। ਵਿਖਿਆ ਰੰਗ ਕੁੜਾਵਿਆ, ਦਿਸਣ ਸਭੇ ਸਾਰ। ਉਹ ਅਵਸਥਾ ਜਿਹੜੀ ਸਹਿਜ 'ਚ ਪਹੁੰਚ ਜਾਂਦੇ ਨੇ, ਜਿਹਨੂੰ ਗੁਰਦੁਆਰੋਂ ਵੀ ਕਿਹਾ, ਬਾਣੀ 'ਚ ਦੇਵਲੋਕ ਵੀ ਕਿਹਾ, ਜਿਹੜੀ ਉੱਥੇ ਬਹਿ ਕੇ ਹਰ ਚਰਨਾਂ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਨੂੰ ਫਿਰ ਇਹ ਮਾਇਆ ਦੇ ਕੁੜਾਵੇ ਰੰਗ, ਉਹਨੂੰ ਸਮਝ ਲੈਂਦੀ ਹੈ ਵੀ ਇਹ ਤਾਂ ਜੋ ਉਪਜਿਆ ਸੋ
ਬਿਨ ਸਹਿ ਇਹ ਤਾਂ ਵਿਨਾਸ਼ ਹੋਣ ਵਾਲੇ ਨੇ। ਫਿਰ ਉਹ ਉਹਨਾਂ ਨੂੰ ਧਿਆਨ ਜਿਹੜੀ ਉਹਨਾਂ ਕੋਲ ਦਿਵ ਦ੍ਰਿਸ਼ਟੀ ਹੁੰਦੀ ਹੈ, ਬਾਣੀ ਨੂੰ ਦਿਵ ਦ੍ਰਿਸ਼ਟੀ ਕਹਿੰਦੀ ਹੈ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ, ਇਹ ਨੇਤਰ ਅੰਧ ਥੇ ਸਤਿਗੁਰ ਮਿਲੀ। ਦਿਵ ਦ੍ਰਿਸ਼ਟ ਹਾਂ, ਦਿਵ ਦ੍ਰਿਸ਼ਟੀ ਹੁੰਦੀ ਹੈ। ਅੰਤਰਗਤ ਸਾਫ ਸੁਣਾਏ ਸੁਖਮਨੀ ਸਾਹਿਬ ਦੇ ਵਚਨ ਲਈ ਆਪਾਂ, ਨਾਨਕ ਤੇ ਜਨ ਸੋਝੀ ਪਾਏ। ਇਹ ਤਰੀਬ ਦੁਨੀਆ ਦੀ ਜਿਹੜੀ ਸੋਝੀ ਹੈ, ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੀ ਹੈਗੀ। ਫਿਰ ਪੜੋ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸਾਰ। ਉਹਨਾਂ ਨੂੰ ਦੀਂਦੇ ਨਹੀਂ, ਉਹ ਦਿਵ ਦ੍ਰਿਸ਼ਟੀ ਨਾਲ ਦੇਖਦੇ ਨੇ। ਪਹਿਲਾਂ ਅਸੀਂ ਅੱਖਾਂ ਨਾਲ ਦੇਖਦੇ ਹਾਂ, ਸਾਨੂੰ ਇੱਛਾ ਪੈਦਾ ਕਰਦੀਆਂ ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਮਿਲ ਸਾਧੂ ਪੀਵਨ ਹਾਰ। ਜਦੋਂ ਗੁਰਸ਼ਬਦ ਦੀ ਵਿਚਾਰ ਹੁੰਦੀ ਹੈ, ਉੱਥੇ ਬਹਿ ਕੇ ਜਿਹੜੀ ਆਤਮਾ ਜੁੜੀਆਂ ਹੁੰਦੀਆਂ ਨੇ, ਉਹ ਪੀਣ ਵਾਲੀ ਹੀ ਹੁੰਦੀ ਹੈ। ਉਹ ਤੱਤ ਗਿਆਨ ਹੁੰਦਾ ਵਾ, ਉਹਨੂੰ ਹੀ ਸੰਤ ਧੂਰ ਕਿਹਾ ਬਾਣੀ ਵਿੱਚ। ਫਿਰ ਪੜੋ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਉਹੀ ਸਾਧੂ ਨੇ ਭਾਈ, ਜਿਹੜੇ ਮਿਲ ਕੇ ਪੀਂਦੇ ਨੇ। ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਸਮਰੱਥ ਪੁਰਖ ਦੇ ਚਰਨਾਂ ਨਾਲ ਜੁੜੇ ਹੋਏ ਨੇ, ਸਾਰੇ ਖੁਸ਼ ਨੇ। ਮੌਲਿਆ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ। ਕਰਮ ਤੇ ਆ ਗਈ ਗੱਲ ਹੁਣ। ਪਹਿਲਾਂ ਵੀ ਚੱਲੀ ਸੀ ਕਿਰਤ ਕਰਮ ਕੇ ਵਿਛੜੇ। ਜਿਹਦਾ ਕਰਮ ਮਿਟ ਜਾਂਦਾ ਹੈ, ਜਿਹਨੂੰ ਗਿਆਨ ਹੋ ਜਾਂਦਾ ਹੈ, ਜਿਹਤੇ ਕਿਰਪਾ ਹੋ ਜਾਂਦੀ ਹੈ, ਉਹਦਾ ਮਿਲਾਪ ਹੋ ਜਾਂਦਾ ਹੈ। ਉਹ ਕਿਵੇਂ ਨੇ ਸਤਿਗੁਰ ਸਮਝਾਉਂਦੇ ਨੇ, ਆਪਾਂ ਬਚਨ ਲਈਏ ਸਤਿਗੁਰਾਂ ਦੇ। ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ। ਕਹਿੰਦੇ ਆਤਮਾ ਦਾ ਹਾਰ ਹੈ ਭਾਈ, ਇਹ ਪਾਉਂਦੇ ਨੇ। ਇਹ 8 ਗੁਣਾਂ ਦਾ ਹਾਰ ਹੈ। 4 ਅਸੀਂ ਲੈ ਕੇ ਜਾਣੇ ਹੈ, ਫਿਰ ਸਾਡੇ 8 ਹੋ ਜਾਂਦੇ, ਫਿਰ 1 ਹੋ ਜਾਂਦਾ। 1 ਦਾ ਬਾਣੀ ਗਿਆਨ ਕਰਾਉਂਦੀ ਹੈ। ਤਿੰਨਾਂ ਪਿੱਛੇ ਰਿੱਧ ਸਿੱਧ ਫਿਰੇ, ਉਹਨਾਂ ਦਾ ਸਾਰਾ ਕੁਝ ਪਿੱਛੇ ਫਿਰਦਾ, ਪਰ ਉਹ ਨਹੀਂ, ਮਾਇਆ ਕਰਨੀ ਇੱਛਾ ਹੀ ਨਹੀਂ ਹੁੰਦੀ ਉਹਨਾਂ ਦੀ। ਉਹਨਾਂ ਦਾ ਧਿਆਨ ਉਹਦੇ ਚਰਨਾਂ 'ਚ ਹੁੰਦਾ ਵਾ, ਕਿਉਂਕਿ ਮਾਇਆ ਜੀ ਨੇ ਪੈਦਾ ਕੀਤੀ ਹੁੰਦੀ, ਉਹਦੇ ਤੇ ਚਰਨਾਂ 'ਚ ਬੈਠੇ ਨੇ ਉਹ। ਹਾਂਜੀ। ਜਿਨੀ ਸਕੀਏ ਪ੍ਰਭ ਪਾਇਆ ਹੁਣ ਤਿੰਨ ਕੇ ਸਦ ਬਲਿਹਾਰ। ਹਾਂ, ਸਤਿਗੁਰ ਸਮਝਾਉਂਦੇ ਨੇ ਭਾਈ, ਉਹ ਗੁਰਸਿੱਖ ਸੰਗਤ ਜਿਹੜੀ ਹੈਗੀ ਆ, ਜਿਹੜੀ ਕਮਾਈ ਕਰਦੇ ਨੇ, ਜਿਹੜੇ ਪਾਉਂਦੇ ਨੇ, ਸਤਿਗੁਰ ਕਹਿੰਦੇ ਭਾਈ ਉਹ ਤਾਂ ਅਸੀਂ ਬਲਿਹਾਰ ਜਾਂਦੇ ਹਾਂ ਸਾਰਿਆਂ ਤੋਂ। ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ। ਹਾਂ, ਜੇ ਆਪਾਂ ਸ਼ਬਦ ਹੀ ਲਈਏ, ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਇਸ ਨੂੰ ਹੋਰ ਥਾਂ ਨਹੀਂ ਸ਼ਬਦ ਲਾਗ ਸਵਾਰੀ। ਹਾਂ, ਸੱਚ ਦੇ ਗਿਆਨ ਤੋਂ ਬਿਨਾਂ ਆਤਮਾ ਮਲੀਨ ਹੁੰਦੀ ਰਹਿੰਦੀ। ਜੇ ਆਪਾਂ ਦੂਆ ਸਾਹਿਬ ਲਈਏ, ਬਿਨ ਭਾਗਾਂ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜੇ। ਆਪਾਂ ਸੰਗਤ ਬਾਹਰ ਨੂੰ ਕਹਿ ਦਿੰਦੇ, ਨਹੀਂ ਉਹ ਸੰਗਤ ਨਹੀਂ ਹੈਗੀ। ਆਤਮਾ ਦੀ ਜਦੋਂ ਪ੍ਰਾਤਮਾ ਸਤ ਨਾਲ ਸੰਗਤ ਹੁੰਦੀ ਹੈ, ਉਹ ਸਤ ਸੰਗਤ ਕਹਿੰਦੀ ਹੈ। ਸਤ ਹੁੰਦੀ ਸੱਚ। ਜਦ ਤੱਕ ਸੱਚ ਦਾ ਗਿਆਨ ਨਹੀਂ ਸਾਨੂੰ ਮਿਲਦਾ, ਸਾਡੇ ਅੰਦਰ ਮੈਲ ਭਰੀ ਜਾਂਦੀ। ਜਾਨੀ ਤੀਰਥ ਅਸੀਂ ਬਾਹਰ ਬਥੇਰੀ ਸੰਗਤ ਕਰਦੇ ਹਾਂ, ਫਿਰ ਪ੍ਰਾਪਤੀ ਕਿਉਂ ਨਹੀਂ ਹੁੰਦੀ? ਉਹ ਸੰਗਤ ਨਹੀਂ ਹੈਗੀ। ਉਹ ਵਿਚਾਰ ਤਾਂ ਕਹਿ ਸਕਦੇ ਹਾਂ ਆਪਾਂ ਨੂੰ। ਸਤ ਸੰਗਤ ਹੁੰਦੀ ਹੈ ਆਤਮਾ ਨਾਲ। ਸਤ ਨਾਲ ਜਿਹੜਾ ਜੰਮਦਾ ਮਰਦਾ ਨਹੀਂ, ਸਤ ਤਾਂ ਉਹ ਹੈ। ਜਦ ਤੱਕ ਉਹਦਾ ਗਿਆਨ ਨਹੀਂ ਸਾਨੂੰ ਹੁੰਦਾ, ਸਾਡੇ ਅੰਦਰ ਮੈਲ ਭਰਦੀ ਰਹਿੰਦੀ ਹੈ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਉਹਨਾਂ ਨੂੰ ਆਪੇ ਹੀ ਸਾਵਣ ਵਧੀਆ ਲੱਗਦਾ ਵਾ। ਹਾਰ ਪਾਇਆ ਹੈ ਉਹਨਾਂ ਨੇ, ਗੁਣਾਂ ਦਾ ਹਾਰ ਪਾਇਆ ਹੈ ਉੱਥੇ, ਉਹੀ ਪਾ ਕੇ ਰੱਖਦੀਆਂ ਉੱਥੇ। ਇੱਥੇ ਜਿਹੜੀ ਬਾਹਰ ਪਾਉਂਦੇ ਅਸੀਂ, ਉਹ ਸਰੀਰ ਕਰਕੇ ਨੇ, ਧਰਮ ਕਰ, ਉਹ ਆਤਮਾ ਦੇ ਨੇ। ਭਾ ਦੂਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਹਾਂ, ਭਾ ਦੂਏ ਭਰਮ ਭੁਲਾਣੀਆਂ, ਪਿੱਛੇ ਵੀ ਵਿਚਾਰ ਕੀਤੀ ਸੀ ਆਪਾਂ। ਦੂਏ ਭਾਈ ਗੋਚਣਾ, ਦੂਏ ਭਾਈ ਭਗਤ ਪਸਾਰੀ ਜੀ, ਉਹ ਸਾਰੇ ਉਹਦੇ ਕਰਕੇ ਹੀ ਨੇ। ਆਪਾਂ ਜਿਹੜਾ ਹੈਗਾ ਆਪਦੇ ਮੋੜ ਨੂੰ ਭੁੱਲ ਗਏ। ਹਰ ਬਿਸਰਤ ਸਦਾ ਖੁਆਰੀ, ਹਰ ਵਿਛੜ ਗਿਆ। ਹੁਣ ਹਰ ਦੀ ਪ੍ਰਾਪਤੀ ਹੋਣੀ ਆ, ਇਹਦੇ ਕਰਕੇ ਡੁੱਬੇ ਹੋਏ ਆਪਾਂ। ਫਿਰ ਪੜੋ, ਭਾ ਦੂਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਆ ਦੂਜੇ ਲੱਗਾ ਹੇਤ, ਸੰਸਾਰ ਨਾਲ ਪ੍ਰੇਮ ਪੈ ਗਿਆ, ਮਾਇਆ ਨਾਲ ਪੈ ਗਿਆ, ਗਾਹਾਂ ਰਿਸ਼ਤੇ ਵੱਧਦੇ ਚਲੇ ਗਏ, ਸੰਗਲ ਵੱਡਾ ਹੋ ਗਿਆ। ਫਿਰ ਜਿੱਡਾ ਵੱਡਾ ਸੰਗਲ ਹੋਇਆ, ਫਿਰ ਜਾਣਾ ਵੀ ਉਹਨਾਂ ਔਖਾ ਹੁੰਦਾ ਵਾ। ਇਹ ਤਾਂ ਤੋੜਨਾ ਸੀ। ਇਹੀ ਤਾਂ ਬੇਨਤੀ ਲੈਣੀ ਸੀ ਦਾਤੇ ਦੀ। ਇਹ ਦਾਤਾ ਰਹਿਮਤ ਕਰ, ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟੇ, ਛੂਟ ਜਾਏ ਪਰਮਾਏ। ਇਹ ਪਰਮਾਈ, ਇਹ ਸੰਸਾਰ ਦਾਤਾ ਤੇਰੀ ਰਹਿਮਤ ਤੋਂ ਬਿਨਾਂ ਕਿਵੇਂ ਛੁਟਕਾਰਾ ਹੋਊਗਾ? ਅਸੀਂ ਤਾਂ ਪਾਉਣ ਜਾਣਦੇ ਹਾਂ, ਤੋੜਨ ਥੋੜ੍ਹੀ ਜਾਣਦੇ ਹਾਂ। ਫਸਣ ਜਾਣਦੇ ਹਾਂ, ਸੁਲਝਣ ਨਹੀਂ ਜਾਣਦੇ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਲੱਖ ਸ਼ਿੰਗਾਰ ਬਣਾਏ, ਲੱਖ ਧਰਮ ਕੀਤੇ, ਬਥੇਰੇ ਭੇਖ ਪਾਏ, ਬਹੁਤ ਕੁਛ ਕੀਤਾ, ਬਥੇਰੀਆਂ ਜੂਨੀਆਂ 'ਚੋਂ ਆਏ, ਕਰਦੇ ਹੀ ਆਏ, ਕੁਛ ਨਹੀਂ ਬਣਿਆ। ਕਾਰਜ ਤਾਂ ਸਿਰੇ ਹੀ ਨਹੀਂ ਚੜਿਆ। ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਫਿਰ ਉਹਨਾਂ ਦਾ ਪ੍ਰੇਤ ਕਹੀ ਦੇਣਾ। ਇਹ ਤਾਂ ਉਹਦੀ ਕਿਰਪਾ ਨਾਲ, ਅੰਦਰ ਨੂਰ ਹੈ, ਜੋਤ ਹੈ, ਉਸ ਕਰਕੇ ਇਹ ਸਰੀਰ ਵਧੀਆ ਲੱਗਦਾ ਵਾ। ਜਦੋਂ ਜੋਤ ਚਲੀ ਗਈ,
ਫਰੀਦਾ ਦੋਹੂ ਦੀਵੀ ਬੁਲੰਦਿਆਂ ਮਲਕ ਬੈਠਾ ਏ ਘਟ ਲੀਟਾ ਗੜ ਲੁੱਟਿਆ ਦੀਵੜੇ ਗਿਆ ਬੁਝਾਏ। ਬੁਝਾ ਦੇਣੇ ਆ ਫਿਰ ਉਹਨੇ। ਇਹ ਪਹਿਲਾਂ ਭਾਈ ਆਪਾਂ ਇੱਕ ਹੋਣਾ ਵਾ, ਹੁਣ ਦੋ ਨੇ, ਮਨ ਦੀ ਬੋਲੀ ਕੁਛ ਹੋਰ ਆ, ਅੰਤਰਾਤਮਾ ਦੀ ਬੋਲੀ ਹੋਰ, ਤੀਆਂ ਤਾਂ ਮਿਲਾਪ ਨਹੀਂ ਹੋ ਰਿਹਾ। ਫਿਰ ਜਦੋਂ ਜੂਤ ਫੜ ਕੇ ਲਿਜਾਂਦੇ ਨੇ ਦੂਤ, ਫਿਰ ਪ੍ਰੇਤ ਹੀ ਕਹਿਣਾ ਇਹਨਾਂ ਨੂੰ। ਫਿਰ ਪਤਾ ਕਦੋਂ ਲੱਗਦਾ ਵਾ? ਨਾ ਤਾਂ ਆਉਂਦਾ ਪਤਾ ਕਿਸੇ ਨੂੰ, ਨਾ ਜਾਣਦਾ ਪਤਾ। ਆਪ ਕਿੰਨੇ ਨਾ ਦੇਖਿਓ, ਜਦੋਂ ਆਉਂਦਾ ਨਹੀਂ ਦਿਖਿਆ ਸਾਨੂੰ ਜਾਂਦਾ ਕਿਵੇਂ ਦਿਖੂਗਾ? ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਭੇਤ ਦੇ ਵੀ ਦੇਣ, ਕਿਸੇ ਨੂੰ ਦਿੰਦੇ ਨਹੀਂ, ਉਹ ਅੱਖਾਂ ਨਾਲ ਤਾਂ ਦਿੰਦੇ ਨਹੀਂ, ਉਹ ਤਾਂ ਦਿਵ ਦ੍ਰਿਸ਼ਟੀ ਦਾ ਵਿਸ਼ਾ ਵਾ, ਉਹ ਤਾਂ ਧਿਆਨ ਨਾਲ ਦਿੰਦੇ ਨੇ। ਪਰ ਇਹਨੂੰ ਪਤਾ ਹੀ ਨਹੀਂ ਲੱਗਦਾ, ਜਦੋਂ ਆਉਂਦੇ ਨੇ ਲੈ ਜਾਂਦੇ ਨੇ। ਛੱਡ ਖੜੋਤੇ ਖਿਨੇ ਮੈਂ ਜਿਨ ਸੋ ਲੱਗਾ ਹੇਤ। ਜਿੰਨਾ ਵੀ ਸੰਸਾਰ 'ਚ ਪ੍ਰੇਮ ਪਾਇਆ, ਭੈਣ ਭਾਈਆਂ ਨਾਲ ਹੋਰ ਜਿੰਨਾ ਵੀ ਵਧਾਇਆ, ਛੱਡ ਖੜੇ ਪੁਕਾਰਦਾ ਵਾ, ਮਿੰਨਤਾਂ ਕਰਦਾ ਵਾ। ਜੇ ਆਪਾਂ ਭਗਤ ਕਬੀਰ ਜੀ ਦਾ ਸਰੋਗ ਲਈਏ, ਕਹਿੰਦੇ ਫਿਰ ਮਿੰਨਤਾਂ ਕਰਦਾ ਵਾ ਵੀ ਮੈਨੂੰ ਛੱਡ ਦਿਓ ਅੱਜ ਦੀ ਰਾਤ, ਕਰੂੰ ਅਰਦਾਸ ਗਾਉਂ ਕਿਛ ਬਾਕੀ ਲਿਹੂ ਨਵੇ ਰਾਜ ਕੀ। ਇੱਕ ਰਾਤ ਛੱਡ ਦਿਓ, ਕਹਿੰਦੇ ਇੰਨਾ ਟਾਈਮ ਨਹੀਂ ਤੇਰਾ ਨਿਬੜਿਆ ਤਾਂ ਹੁਣ ਕੀ ਕਰਨਾ? ਅਮਲ ਸਰਾਨੋਂ ਲੇਖਾ ਦੇਣਾ ਆਏ ਕਠਨ ਜਮਦੂਤ ਲੈਣ। ਤੇ ਅਮਲ ਨਹੀਂ ਕੀਤਾ ਭਾਈ ਸੰਸਾਰ 'ਚ ਆ ਕੇ, ਅਮਲ ਕਰਨਾ ਹੈ ਭਾਈ, ਉਹੀ ਸਾਡੇ ਕੰਮ ਆਉਣਾ ਹੈ। ਹੱਥ ਮਰੋੜੇ ਤਨ ਕੱਪੇ ਸਾਹੂ ਹੁਆ ਸੇਤ। ਹਾਂ ਚਿੱਟਾ ਹੋ ਗਿਆ ਇੱਕਦਮ, ਫਿਰ ਕਾਲਾ ਪੈ ਜਾਂਦਾ। ਜਦੋਂ ਕਹਿੰਦੇ ਅੰਦਰੋਂ ਰਗਾਂ ਤੋਂ ਫੜ ਲੈਂਦੇ ਨੇ। ਜੋ ਭਗਤ ਕਬੀਰ ਦਾ ਆਪਾਂ ਸਲੋਕ ਲਈਏ, ਕਹੋ ਕਬੀਰ ਤਬ ਹੀ ਨਰ ਜਾਗੈ ਜਬ ਜਮ ਕਾ ਡੰਡ ਮੂਡ ਮੈਂ। ਜਦੋਂ ਠਾਲ ਦੇ ਨਾ ਫਿਰ ਲੇਰਾ ਮਾਰਦਾ ਵਾ, ਉਦੋਂ ਉੱਠਦਾ। ਉਦੋਂ ਉੱਠਿਆ ਫਿਰ ਫਾਇਦਾ ਨਹੀਂ ਹੈਗਾ। ਪਹਿਲਾਂ ਹੀ ਉੱਠਣਾ ਵਾ, ਪਹਿਲਾਂ ਜਾਗਣਾ, ਅੰਮ੍ਰਿਤ ਵੇਲਾ ਪ੍ਰਾਪਤ ਕਰਨਾ ਵਾ, ਫਿਰ ਆਪਦੇ ਘਰ ਪਹੁੰਚਾਂਗੇ। ਨਹੀਂ ਉਹਨਾਂ ਨੇ ਤਾਂ ਲਈ ਜਾਣਾ ਵਾ। ਜੇਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ। ਉਹੀ ਖੇਤ ਆ ਫਿਰ ਭਾਈ, ਜਿਹੜਾ ਬੀਜਿਆ ਸੀ ਉਹੀ ਮਿਲਣਾ ਸੀ, ਉਹੀ ਸਵਾਦ ਆਉਣਾ ਸੀ, ਉਹੋ ਜਿਹਾ ਹੀ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਹਾਂ, ਇਹ ਚਰਨ ਪ੍ਰਭ ਹੋਇਤ ਦੇ, ਨਾਮ ਦੇ ਜਹਾਜ਼ ਜਾਣਾ ਇਹਨੇ ਤਾਂ ਬਹਿਣਾ ਹੀ ਹੈ। ਤਾਂ ਪਲੇਟਫਾਰਮ 'ਤੇ ਬੈਠਣ ਸੋਚੀ ਜਾਂਦਾ ਵਾ, ਟ੍ਰੇਨਾਂ ਨਿਕਲੀ ਜਾਂਦੀਆਂ, ਸਰੀਰ ਮਿਲਿਆ ਸੀਗਾ। ਭਗਤ ਕਬੀਰ ਜੀ ਕਹਿੰਦੇ ਤੈਨੂੰ ਮਿਲਿਆ ਸੀ, ਜੋਤੀ ਜੋਤ ਮਿਲੀ ਕਿੰਬਾ ਹੋਏ ਕਮੋ ਹੋਏ। ਕਿੰਬਾ ਸਰੀਰ ਤੈਨੂੰ ਮਿਲਿਆ ਸੀਗਾ, ਪਰ ਤੇ ਪ੍ਰਾਪਤੀ ਨਹੀਂ ਕੀਤੀ। ਹੁਣ ਪਲੇਟਫਾਰਮ 'ਤੇ ਬੈਠਾ ਸੋਚੀ ਜਾਂਦਾ ਵਾ, ਜਦ ਸਮਾਂ ਆ ਜਾਂਦਾ। ਸਤਿਗੁਰਾਂ ਦੇ ਬਚਨ ਆਪਾਂ ਦੂਜੇ ਲਈਏ, ਹਰ ਕਾ ਨਾਮ ਨਾ ਜਪਤ ਗਵਾਰਾ ਕਿਆ ਸੋਚੇ ਬਾਰੰਬਾਰ। ਕੀ ਸੋਚੀ ਜਾਂਦਾ ਭਾਈ, ਜਦ ਸਮਾਂ ਨਿਕਲ ਜਾਣਾ ਵਾ। ਸੇ ਭਾਦੂਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਭਾਦੋਂ ਦੀ ਗੱਲ ਸਮਝਾਉਂਦੀ ਸੀ ਪਹਿਲਾਂ। ਹੁਣ ਭਾਦੋਂ ਵਾਲਿਆਂ ਦਾ ਕੀ ਹਾਲ ਹੈ? ਭਾਦੋਂ ਹੁੰਦੀ ਕੀ ਹੈ? ਭਾਦੂਏ, ਭਾਦੂਏ ਭਰਮ। ਹਾਂ, ਅੱਗੇ ਗੁਰ ਰੱਖਣ ਵਾਲਾ ਹੇਤ। ਜਿਹਦੇ ਪਿੱਛੇ ਗੁਰ ਖੜਾ ਹੈ, ਜਿਹਨਾਂ ਦਾ ਗੁਰੂ ਨਾਲ ਪ੍ਰੇਮ ਹੈ, ਜਿਹਦੇ ਉਹਦਾ ਹੱਥ ਹੈ ਸਮਰੱਥ ਗੁਰ ਸਿਰ ਧਰਿਓ। ਜਿਹਦੇ ਸਮਰੱਥ ਗੁਰੂ ਨੇ ਹੱਥ ਰੱਖਤਾ, ਉਹਨੂੰ ਭਾਦੂਏ ਨਹੀਂ ਭਰਮ 'ਚ ਭੁਲਾ ਸਕਦੀ, ਕਿਉਂਕਿ ਉਹ ਆਪਦੇ ਮੂਲ ਨਾਲ ਜੁੜ ਚੁੱਕੇ ਨੇ। ਉਹ ਨਰਕ ਨਹੀਂ ਪਾਏ ਜਾਂਦੇ, ਕਿਉਂਕਿ ਉਹਨਾਂ ਨੂੰ ਗੁਰ ਰੱਖਣ ਵਾਲਾ ਮਿਲ ਜਾਂਦਾ। ਅਸੀਂ ਗੁਰ ਦਾ ਆਸਰਾ ਲੈਣਾ ਭਾਈ, ਗੁਰ ਸ਼ਬਦ ਦਾ, ਫਿਰ ਸਾਨੂੰ ਗੁਰੂ ਦਰਸ਼ਨ ਹੋਣਾ, ਫਿਰ ਸਾਡਾ ਜੰਮਣ ਮਰ ਤੋਂ ਛੁਟਕਾਰਾ ਹੋਣਾ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਆ ਸੁਨ ਪ੍ਰੇਮ ਅਮਾੜਾ ਕਿਉਂ ਮਿਲਿਏ ਹਰ ਜਾਏ। ਆਸੂ ਨੂੰ ਸਮਝਾ ਰਹੇ ਨੇ, ਆ ਸੁਨ ਮਨਾ ਸੁਨ ਪ੍ਰੇਮ ਅਮਾੜਾ ਕਿਉਂ ਮਿਲੀਏ ਹਰ ਰਾਏ। ਕਿਵੇਂ ਪ੍ਰਾਪਤੀ ਹੋਵੇ, ਹਰੀ ਦੇ ਚਰਨਾਂ 'ਚ ਕਿਵੇਂ ਪਹੁੰਚੀਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਸਤਿਗੁਰ ਸਮਝਾਉਂਦੇ ਨੇ, ਕੋਈ ਗੁਰਸਿੱਖ ਹੋਵੇ, ਕੋਈ ਸੰਤ ਹਰ ਕਾ, ਜਿਹੜਾ ਦੇ ਬਾਰੇ ਸਮਝਾਵੇ, ਮਿਲਾਪ ਕਰਾਵੇ। ਉਹ ਕੌਣ ਹੁੰਦੇ ਨੇ? ਉਹ ਸੰਤ ਜਨ ਹੁੰਦੇ ਨੇ। ਸੰਤ ਜਾਨੀ ਦੀ ਬਾਣੀ ਹੈ ਇਹ। ਪਹਿਲਾਂ ਤਾਂ ਸਾਨੂੰ ਇੱਥੋਂ ਹੀ ਪ੍ਰਾਪਤੀ ਹੋਣੀ ਹੈ। ਸੰਤ ਜਨਾਂ ਮਿਲ ਹਰ ਜਸ ਗਾਇਓ, ਸਾਰਾ ਹਰ ਜਸ ਹੀ ਗਾਇਆ ਹੋਇਆ, ਹੁਕਮ ਦਾ ਜਸ ਕੀਤਾ ਹੋਇਆ ਵਾ। ਫਿਰ ਪੜੋ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਮਨ ਦੇ ਅੰਦਰ ਪਿਆਸ ਕਦੋਂ ਪੈਦਾ ਹੁੰਦੀ ਹੈ? ਜਦੋਂ ਸੱਚ ਦਾ ਗਿਆਨ ਸੁਣਦਾ, ਫਿਰ ਉਹਦੇ ਅੰਦਰ ਪਿਆਸ ਪੈਦਾ ਹੁੰਦੀ। ਫਿਰ ਇਹਨੂੰ ਮਿਲਾ ਦਿੰਦਾ ਆਪੇ ਹੀ, ਉਹ ਆਪੇ ਮੇਲ ਮਿਲਾ ਜਾਂਦਾ, ਆਪੇ ਦੀ ਬੜੀਆਂ ਆਪੇ ਕਰਮ ਕਰਾ ਜਾਂਦਾ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨਕੇ ਲਾਗਾ ਪਾਏ। ਇਸ ਕੌਣ ਸਹਾਈ ਹੁੰਦੇ ਨੇ? ਸੰਤ ਸਹਾਈ ਹੁੰਦੇ ਨੇ ਪ੍ਰੇਮ ਕੇ। ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗਾ ਪਾਏ। ਉਹ ਫਿਰ ਜਿਹੜੇ ਹੈਗੇ ਆ, ਪਹਿਲਾਂ ਤਾਂ ਆਪ ਪ੍ਰਾਪਤੀ ਕਰਦੇ ਨੇ, ਫਿਰ ਸਿੱਖ ਸੰਗਤ ਨੂੰ ਸਮਝਾਉਂਦੇ ਨੇ। ਜੀ ਜਾਨ ਦੇ ਭਗਤੀ ਲਾਇਨ
ਹਰਸਿਓ ਦੇ ਹਾਂ ਹਰਸਿਓਂ ਦੇ ਮਿਲਾਏ, ਉਹਦੀ ਵਿਧੀ ਸਮਝਾਉਂਦੇ ਨੇ, ਉਹਦੀ ਵਾਹ ਲਾ ਦਿੰਦੇ ਨੇ, ਉਹ ਸਹਾਈ ਹੁੰਦੇ ਨੇ। ਬਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਪ੍ਰਭੂ ਦੇ ਮਿਲਾਪ ਤੋਂ ਬਿਨਾਂ ਕਿਵੇਂ ਸੁੱਖ ਪਾਊਗਾ? ਕਾਲ ਸਿਰ ਤੇ ਖੜਾ ਵਾ, ਇਹ ਦੁੱਖ ਸਾਗਰ ਹੈ। ਹੁਣ ਦੁੱਖ ਸਾਗਰ ਦੇ ਵਿੱਚ ਸੁੱਖ ਭਾਲਦਾ ਵਾ, ਸੁੱਖ ਸਾਗਰ ਜਾਊਗਾ ਫਿਰ ਹੀ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ। ਸੁੱਖ ਸਾਗਰ ਦਾ ਜੀਵ ਹੈ, ਦੁੱਖ ਸਾਗਰ 'ਚ ਆ ਗਿਆ, ਦੁੱਖ ਸਾਗਰ 'ਚ ਹੁਣ ਸੁੱਖ ਭਾਲੀ ਜਾਂਦਾ, ਇੱਥੋਂ ਕਿੱਥੋਂ ਮਿਲਣੇ ਭਾਈ? ਬਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਹਾਂ, ਦੂਜੀ ਨਹੀਂ ਜਾਏ। ਪ੍ਰਭ ਦੇ ਬਿਨਾਂ ਹੋਰ ਕੋਈ ਵੀ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ, ਕੋਈ ਵੀ ਇਹਦੇ ਵਿੱਚ ਹੁਕਮ ਨਹੀਂ ਕਰ ਸਕਦਾ। ਸਾਹਿਬ ਛੇਤੀ ਹੁਕਮ ਨਾ ਚੱਲੀ, ਕਹੀ ਬਣੇ ਅਰਦਾਸ। ਹਾਂ, ਇਹ ਤਾਂ ਬੇਨਤੀ ਹੈ ਭਾਈ, ਇਹੀ ਕਰਨੀ ਹੈ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਅਗਾਏ। ਹਾਂ, ਕਹਿੰਦੇ ਜਿਨ੍ਹਾਂ ਦੀ ਕਿਰਪਾ ਹੋ ਜਾਂਦੀ ਹੈ, ਗੁਰ ਸ਼ਬਦ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਨੂੰ ਹਰ ਰਸ ਆਉਂਦਾ ਵਾ, ਉਹ ਤ੍ਰਿਪਤ ਹੋ ਜਾਂਦੇ ਨੇ, ਉਹਦੇ ਅੰਦਰ ਕੋਈ ਇੱਛਾ ਨਹੀਂ ਰਹਿੰਦੀ। ਆਪ ਤਿਆਗ ਬੇਨਤੀ ਕਰੇ, ਲਿਓ ਪ੍ਰਭੂ ਲੜ ਲਾਏ। ਹਾਂ, ਇਹ ਆਪਾ ਤਿਆਗ ਆ ਗਿਆ ਨਾ, ਉਹੀ ਗੱਲ ਆ ਗਈ ਨੌਵੇਂ ਪਾਤਸ਼ਾਹ ਦਾ ਸਲੋਕ ਆਪਾਂ ਪਿੱਛੇ ਲਿਆ ਸੀਗਾ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਪਿਆਈ। ਆਪ ਤਿਆਗ ਰੱਖਣਾ, ਆਪ ਦਾ ਪਿਛੋਕੜ ਨਹੀਂ ਭੁੱਲਣਾ। ਜੇ ਆਪ ਦਾ ਪਿਛੋਕੜ ਭੁੱਲਦਾ, ਉਦੋਂ ਇਹਨੂੰ ਹੰਕਾਰ ਪੈਦਾ ਹੁੰਦਾ ਵਾ। ਆਪ ਤਿਆਗ ਬੇਨਤੀ ਕਰੇ, ਲਿਹੋ ਪ੍ਰਭ ਲੜ ਲਾਏ। ਜੋ ਹਰ ਕੰਤ ਮਲਾਈਆਂ, ਸੇ ਵਿਸੜ ਕਤੇ ਨ ਜਾਏ। ਫਿਰ ਵਿਛੜਨਾ ਕਿੱਥੇ ਹੈ? ਇਹ ਤਾਂ ਕਿਹਾ ਸਤਿਗੁਰਾਂ ਨੇ ਕਿਉਂਕਿ ਪ੍ਰਚਲਿਤ ਮੱਤਾਂ ਜੋ ਪਿੱਛੇ ਸੀ, ਉਹਨਾਂ ਨੇ ਬਹੁਤ ਝੂਠ ਬੋਲਿਆ ਹੋਇਆ। ਹੁਣ ਇੰਨੇ ਕਿ ਦਰਸ਼ਨ ਹੋ ਗਏ ਵੀ ਦਰਸ਼ਨ ਦੇ ਕੇ ਚਲਿਆ ਗਿਆ, ਦਾ ਮਤਲਬ ਇਹੀ ਹੋ ਗਿਆ ਨਾ। ਨਹੀਂ, ਐਸੀ ਕੋਈ ਗੱਲ ਨਹੀਂ। ਇੱਕ ਵਾਰੀ ਦਰਸ਼ਨ ਹੁੰਦਾ, ਇਹ ਇੱਕ ਵਾਰੀ ਇਹ ਸਮਝਣੀ ਆ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਨਾਨਕ ਗੁਰਮੁਖ ਨਾਮ ਜਪੀਏ, ਇੱਕ ਵਾਰੀ ਇਹ ਸਮਝਣਾ, ਇੱਕ ਵਾਰੀ ਇਹ ਮਰਨਾ, ਇੱਕ ਵਾਰੀ ਇਹ ਪ੍ਰਾਪਤੀ ਹੈ। ਘੜੀ ਘੜੀ ਵਾਲੀ ਤਾਂ ਗੱਲ ਹੀ ਨਹੀਂ ਹੈਗੀ। ਤਾਂ ਸਤਿਗੁਰ ਸਮਝਾ ਰਹੇ ਨੇ ਵੀ ਵਿਛੜਦਾ ਨਹੀਂ ਹੈਗਾ ਭਾਈ, ਇੱਕ ਵਾਰੀ ਮਿਲ ਜਾਵੇ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨਾਏ। ਸਤਿਗੁਰ ਤਾਂ ਕਹਿੰਦੇ ਅਸੀਂ ਤਾਂ ਹਰ ਸ਼ਰਨ 'ਚ ਹਾਂ, ਪਰ ਉਹ ਤੋਂ ਬਿਨਾਂ ਦੂਜਾ ਹੋਰ ਕੋਈ ਹੈ ਨਹੀਂ ਜਿੱਥੇ ਜਾਵਾਂਗੇ ਆਪਾਂ। ਅਸੂ ਸੁਖੀ ਬਸੰਦੀਆਂ, ਜਿਨ੍ਹਾਂ ਮਾਇਆ ਹਰ ਆਏ। ਹੁਣ ਦਾ ਵੀ ਅਸੂ ਹੋ ਗਿਆ ਭਾਈ, ਜਿਨ੍ਹਾਂ ਦੇ ਹਰੀ ਦੀ ਮਾਇਆ ਕਿਰਪਾ ਹੋ ਗਈ, ਜਿਹੜੇ ਉਹਦੇ ਚਰਨਾਂ ਨਾਲ ਜੁੜ ਗਈਆਂ। ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਇਹ ਮਨਾ ਕਦ ਤੱਕ ਕਰਮ ਕਮਾਏ ਵਿੰਗਾਏ, ਦੱਦਾ ਦੋਸ ਨਾ ਦੇਹੋ ਕਿਸੇ, ਦੋਸ ਆਪਣੇ ਕਰਮਾਂ। ਦੋਸ ਦੂਜਿਆਂ ਤੇ ਦਿੰਦਾ ਵਾ। ਕੋਈ ਬੁੱਧੀ ਕਹਿੰਦੀ ਹੈ ਮਨਾ ਕਦ ਤੱਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਦੇ ਭੁੱਲਿਆਂ, ਵਿਆਪਣ ਸਭੇ ਰੋਗ। ਪਰਮੇਸ਼ਰ ਤੋਂ ਭੁੱਲ ਕੇ ਫਿਰ ਰੋਗ ਹੀ ਆਉਣੇ ਸੀ ਆਪਾਂ ਨੂੰ। ਰੋਗ ਕੀ 84 ਲੱਖ ਜੂਨੀ ਨੂੰ ਫਿਰ ਜਾਣਾ ਪੈਂਦਾ, ਸਾਰੇ ਦੁੱਖ ਫਿਰ ਚੱਲਣੇ ਪੈਂਦੇ ਨੇ। ਹੁਣ ਮਨੁੱਖਾ ਦੇਹੀ ਮਿਲੀ ਸੀ, ਹੁਣ ਛੁਟਕਾਰਾ ਪਾਉਣਾ ਸੀਗਾ। ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਜੋਗ। ਆ ਜਨਮਾਂ ਦੇ ਵਿਜੋਗ ਲੱਗਦੇ ਨੇ, ਫਿਰ 84 ਲੱਖ ਦਾ ਗੇੜਾ, ਪਤਾ ਨਹੀਂ ਕਦ ਨੰਬਰ ਲੱਗਣਾ ਵਾ। ਜਿਹੜੇ ਬੇਮੁਖ ਹੋ ਜਾਂਦੇ ਨੇ, ਬੇਮੁਖ ਤੋਂ ਭਾਵ ਮਨ ਜਦੋਂ ਆਪਦੀ ਮਰਜ਼ੀ ਕਰਦਾ, ਉਹਨੂੰ ਬੇਮੁਖ ਕਹਿੰਦੀ ਆ ਬਾਣੀ। ਜਦੋਂ ਗੁਰਬਾਣੀ ਅਨੁਸਾਰ ਚੱਲਦਾ, ਉਹਨੂੰ ਗੁਰਮੁਖ ਕਹਿੰਦੀ ਹੈ। ਫਿਰ ਭਾਣੇ ਅਨੁਸਾਰ ਹੋ ਜਾਂਦਾ। ਆਪਣੇ ਭਾਣੇ ਜੋ ਚੱਲੇ ਭਾਈ, ਵਿਸੜ ਝੋਟਾ ਖਾਏ। ਹਾਂ, ਗੁਰ ਕੇ ਭਾਣੇ ਜੋ ਚੱਲੇ, ਬੋਹਿਤ ਬੈਠਾ। ਬੋਹਿਤ ਹੈ। ਨਾਮ ਦਾ ਜਹਾਜ਼ ਹੈ ਇਹ 'ਚ ਆਤਮਾ ਨੇ ਜਾਣਾ ਵਾ। ਨਾਮ ਦੇ ਆਸਰੇ ਸਾਰੀ ਸ੍ਰਿਸ਼ਟੀ ਖੜੀ ਹੈ। ਝੂਠ ਉਹਦੇ ਨਹੀਂ, ਜੁੜ ਕੇ ਖੜਾ ਸੱਚ ਨਾਲ। ਖਿਨਮੇ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਇਹਨਾਂ ਨੂੰ ਤਾਂ ਟਾਈਮ ਨਹੀਂ ਲੱਗਦਾ ਕੌੜੇ ਹੋਣ ਨੂੰ। ਜਦੋਂ ਕਾਲ ਆਉਂਦਾ ਹੈ, ਜੇ ਆਪਾਂ ਸਤਿਗੁਰਾਂ ਦੇ ਵਚਨ ਲਈਏ, ਸਹਿਜ ਸਿਆਣਪਾਂ ਲੱਖ ਹੋਏ, ਇੱਕ ਨਾ ਚੱਲੇ ਨਾਲ ਇੱਕ ਨਹੀਂ ਨਾਲ ਜਾਂਦੀ। ਜਦੋਂ ਕਾਲ ਆਉਂਦਾ, ਚਾਹੇ ਜਿੰਨਾ ਸੰਸਾਰ ਨੂੰ ਭਾਵੇਂ ਜਿੰਨਾ ਮਰਜ਼ੀ ਮੰਨੀ ਜਾਵੇ। ਵਿੱਚ ਨਾ ਕੋਈ ਕਰ ਸਕੇ, ਕਿਸ ਤੈ ਰੋਵੇ ਰੋਜ਼। ਕਿਹਦੇ ਕੋ ਰੋਵੋਗੇ, ਕਿਹਨੂੰ ਦੱਸੋਗੇ? ਸਾਈਂ ਬਾਜੋਂ ਆਪਣੇ ਵੇਦਨ ਕਹੀਏ ਕਿਸ ਵਿੱਚ ਤਾਂ ਕੋਈ ਦਖਲਅੰਦਾਜ਼ੀ ਕਰੇ ਨਹੀਂ ਸਕਦਾ। ਕੀਤਾ ਕਿਛੂ ਨਾ ਹੋਵੀ, ਲਿਖਿਆ ਤੁਰ ਸੰਜੋਗ। ਹਾਂ, ਜੋ ਹਿਰਦੇ 'ਚ ਤੁਰ ਹੁੰਦਾ, ਹਿਰਦਾ ਜੋ ਸਾਡੇ ਅੰਦਰ ਵਾ, ਉਹੀ ਪ੍ਰਾਪਤ ਹੁੰਦਾ ਵਾ। ਸਾਈਂ ਬਸਤ ਪ੍ਰਾਪਤ ਹੋਈ, ਜਾਂ ਸਿਉ ਲਾਇਆ ਹੇਤ, ਉਹੀ ਪ੍ਰਾਪਤ ਹੋਣੀ ਹੈ। ਸਤਿਗੁਰ ਸਮਝਾਉਂਦੇ ਨੇ, ਇਹ ਖੇਤ ਸਰੀਰ ਜੋ ਬੀਜੇ ਸੋ ਆਣ ਖਲੋਏ, ਉਹ ਫਿਰ ਖੜਾ ਹੁੰਦਾ ਹੈ। ਫਿਰ ਸਾਨੂੰ ਵੱਢਣਾ ਪੈਂਦਾ, ਫਿਰ ਸਾਨੂੰ ਦੁੱਖ ਲੱਗਦਾ ਵਾ। ਵਡਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੇ ਸਭ ਵਿਯੋਗ। ਫਿਰ ਵਿਯੋਗ ਉਤਰ ਜਾਂਦੇ ਨੇ, ਆਤਮਾ ਦੀ ਗਤੀ ਹੋ ਜਾਂਦੀ ਹੈ। ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਵੱਡੇ ਭਾਗਾਂ ਵਾਲੀਆਂ ਆਤਮਾ ਨੇ, ਜਿਨ੍ਹਾਂ ਨੂੰ ਪ੍ਰਭ ਮਿਲ ਜਾਂਦਾ ਵਾ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਜਿਹੜਾ ਸਾਹਿਬ ਬੰਦੀ ਮੋਚ ਹੈ, ਉਹਦੇ ਹੁਕਮ ਤੋਂ ਬਿਨਾਂ ਕਿਵੇਂ ਛੁੱਟ ਦੂਗਾ? ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ। ਕਤਕ ਹੋਵੇ ਸਾਧ ਸੰਗ, ਵਿਨਸੇ ਸਭੇ ਸੋਚ। ਹਾਂ, ਸਾਧ ਸੰਗਤ ਜਦੋਂ ਪ੍ਰਾਪਤ ਹੁੰਦੀ ਹੈ ਭਾਈ, ਗੁਰ ਸ਼ਬਦ ਦਾ ਗਿਆਨ,
ਕੁਦਰਤ ਦੀ ਰਹਿਮਤ ਹੁੰਦੀ ਹੈ, ਸਾਰੀਆਂ ਸੋਚਾਂ ਚਿੰਤਾ ਖਤਮ ਹੋ ਜਾਂਦੀਆਂ ਨੇ। ਮੈਂ ਕਰ ਮਾਂ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਮੱਘਰ ਕਹਿ ਲਿਓ ਗਾਂ ਆਊਗਾ, ਮੱਘਰ ਅੰਦਰ ਸੁਹੰਦੀਆਂ ਨੇ ਜਿਹੜੀ ਹਰ ਪਿਰ ਦੇ ਨਾਲ ਜੁੜੀਆਂ ਹੋਈਆਂ, ਜਿਹੜੀਆਂ ਆਤਮਾ ਗੁਰਸਿੱਖ ਸੰਗਤ ਜਿਹੜੀ ਉਹਦੇ ਨਾਲ ਜੁੜੀ ਹੋਈ ਹੈ, ਜਿਹਦੀ ਭਗਤੀ ਸ਼ੁਰੂ ਹੈ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਉਹਦੀ ਸੋਭਾ ਹੁਣ ਕੀ ਦੱਸੀ ਜਾਵੇ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੇ ਪਿੱਛੇ ਬਤਾ ਕੀ ਦੱਸੂਗਾ ਨਾ, ਇੱਕ LKG ਵਾਲਾ ਬੱਚਾ +2 ਦੇ ਬੱਚੇ ਦੀ ਪੜ੍ਹਾਈ ਨੂੰ ਕਿਵੇਂ ਦੱਸੂਗਾ, ਕਿਵੇਂ ਬਿਆਨ ਕਰੂਗਾ। ਇਵੇਂ ਹੀ ਹੈ ਜਿਹੜੇ ਗੁਰਸਿੱਖ ਸੰਗਤ ਜਿਹੜੇ ਕਮਾਈ ਕਰਦੇ ਨੇ, ਦਿਨ ਰਾਤ ਤੇ ਲੱਗੇ ਰਹਿੰਦੇ ਆ, ਕੀ ਦੱਸਣਗੇ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸੁਹੇਲੜੀਆਂ। ਉਦੋਂ ਹੀ ਖੁਸ਼ ਹੁੰਦਾ ਹੈ, ਮੌਲਿਆ ਹੁੰਦਾ ਖੁਸ਼ ਹੋਣਾ ਜਦੋਂ ਆਪਦੇ ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ। ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਜਦ ਤੱਕ ਸਾਧ ਸੰਗਤ ਪ੍ਰਾਪਤ ਨਹੀਂ ਹੁੰਦੀ, ਆਪਦੇ ਘਰ ਨਹੀਂ ਪਹੁੰਚਦਾ ਹੈ, ਹਰਨਾ ਮਿਲਾਪ ਨਹੀਂ ਹੁੰਦਾ ਇਹਦਾ, ਇਕੱਲੀ ਰਹਿੰਦੀ ਹੈ। ਤਿੰਨ ਦੁੱਖ ਨਾ ਕਬੂ ਉਤਰੇ ਸੇ ਜਮ ਕੇ ਵਸ ਪੜੀਆਂ। ਜਮ ਛੱਡਦੇ ਨਹੀਂ ਹੈਗੇ, ਦੁੱਖ ਸਾਗਰ ਦੇ ਵਿੱਚ ਹੀ ਰਹਿ ਜਾਂਦੇ ਨੇ, ਉਹਦਾ ਛੁਟਕਾਰਾ ਨਹੀਂ ਹੁੰਦਾ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਹਾਂ, ਉਹ ਤਾਂ ਖੜੇ ਦਿੰਦੇ ਆ, ਸੱਜਣ ਸਹੀ ਜੋ ਅੱਗੇ ਖੜੇ ਦਿਸਣ। ਜੇ ਆਪਾਂ ਪਿੱਛੇ ਵੀ ਲਈਏ ਗੁਰੂ ਭਗਤਾਂ ਦੇ ਸਾਹਿਬਾਨਾਂ ਰਾਤ ਆਪਾਂ ਜਿੰਨੀ ਕੁ ਸਮਝ ਆਈ ਹੈ, ਜਿਵੇਂ ਭੱਟ ਰਸੋਈਆਂ 'ਚ ਕਹਿ ਰਹੇ ਨੇ, ਕੌਣ ਕਹੇ ਉਹ ਗੁਰਮੂਹ। ਉਹ ਤਾਂ ਸਾਰੇ ਸੱਚਖੰਡ ਵਾਸੀ ਨੇ, ਸਾਰੇ ਹੀ ਦੇਖ ਰਹੇ ਨੇ, ਉਹ ਤਾਂ ਸਰਵ ਵਿਆਪੀ ਸ਼ਕਤੀ ਹੋ ਗਏ, ਪਰ ਅਸੀਂ ਉਹਨੂੰ ਇਕੱਲੇ ਰੂਪ 'ਚ ਭਾਲਦੇ ਫਿਰਦੇ ਹਾਂ। ਸਾਡੇ ਸੰਕਲਪ ਨੇ ਨਾਨਕ ਲੀਨ ਪਇਓ ਗੋਬਿੰਦ ਸੰਗ ਜੋ ਪਾਣੀ ਸੰਗ ਪਾਣੀ ਦੇ ਵਿੱਚ ਨਦੀਆਂ ਨਾਲੇ ਜਾ ਕੇ ਸਮੁੰਦਰ 'ਚ ਰਲ ਕੇ ਕੀ ਭਾਲਾਂਗੇ ਉਹ 'ਚੋਂ ਆਪਾਂ, ਉਹਦੇ ਰੂਪ ਹੋ ਗਏ। ਉਹ ਤਾਂ ਸਰਵ ਵਿਆਪੀ ਸ਼ਕਤੀਆਂ ਨੇ, ਉਹ ਤਾਂ ਦੇਖ ਰਹੇ ਨੇ ਸਾਨੂੰ। ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜੀਆਂ। ਉਹਨਾਂ ਦੇ ਜੜੇ ਹੋਏ ਨੇ, ਹਾਰ ਪਾਇਆ ਹੋਇਆ 8 ਗੁਣਾਂ ਦਾ, ਉਹਨਾਂ ਦੇ ਕਾਲ ਛੂੰਦਾ ਵੀ ਨਹੀਂ, ਉੱਥੇ ਹੈ ਹੀ ਨਹੀਂ ਐਸਾ ਕੁਝ। ਸੁੱਖ ਹੀ ਸੁੱਖ ਨੇ। ਜਿਵੇਂ ਕੋਈ ਬਹੁਤ ਸ਼ਿੰਗਾਰ ਕੇ ਕੰਠ ਪਾ ਕੇ ਕੋਈ ਸਜਾ ਕੇ ਖੜਾ ਹੋਵੇ ਸਰੀਰ ਕਰਕੇ ਵੀ, ਉਹਦਾ ਪ੍ਰਮਾਣ ਦਿੱਤਾ ਹੋਇਆ। ਨਾਨਕ ਵਾਸੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ। ਇਹੀ ਸਿੱਖ ਸੰਗਤ ਨੂੰ ਸਤਿਗੁਰ ਸਮਝਾ ਰਹੇ ਨੇ ਬਈ, ਜਿਨ੍ਹਾਂ ਨੇ ਭਾਈ ਪਹਿਲਾਂ ਪ੍ਰਾਪਤੀ ਕੀਤੀ ਹੈ ਸੰਤ ਜਨਾਂ ਦੇ, ਉਹ ਧੂੜ ਉਹ ਗਿਆਨ ਲੈਣਾ, ਮੈਂ ਉਹਨਾਂ ਦਾ ਇਹੀ ਬੇਨਤੀ ਕਰਨੀ ਹੈ। ਮੈਂ ਕਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ। ਉਹਨਾਂ ਦਾ ਜਿਹਦਾ ਮੱਘਰ ਹੋ ਗਿਆ ਉਹਦਾ ਜਨਮ ਖਤਮ ਹੋ ਗਿਆ, ਜਿਹਦਾ ਜਨਮ ਖਤਮ ਹੋ ਗਿਆ ਉਹਦਾ ਮੱਘਰ ਹੋ ਗਿਆ। ਪੋਖ ਤੁਹਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਮ। ਜਿਹਨਾਂ ਨੂੰ ਹਰਨਾਮ ਦੀ ਪ੍ਰਾਪਤੀ ਹੁੰਦੀ ਆ, ਪਾਲਾ ਤਾਂ ਠੰਡਾ ਉਹਨਾਂ ਨੂੰ ਕੁਛ ਨਹੀਂ ਲੱਗਦਾ ਹੈਗਾ, ਕਿਉਂਕਿ ਉਹ ਸਰੀਰ ਕਰਕੇ ਤਾਂ ਸਾਨੂੰ ਲੱਗਣੇ ਹੀ ਨੇ। ਆਤਮਾ ਦੀ ਗੱਲ ਹੈ ਇਹ। ਆਤਮਾ ਫਿਰ ਨੂੰ ਜਿਹੜਾ ਕ੍ਰੋਧ ਆ, ਲੋਭ ਮੋਹ ਹੈ, ਜਦ ਤੱਕ ਰਹਿੰਦਾ ਵਾ, ਜਦ ਤੱਕ ਉਹ ਆਤਮਾ ਆਪਦੇ ਮੂਲ 'ਚ ਨਹੀਂ ਨਾ ਸਮਾਉਂਦੀ, ਜਦ ਤੱਕ ਇਹਨੂੰ ਰਹਿੰਦਾ ਹੀ ਆ ਰੋਗ। ਉਹੀ ਤਾਂ ਰੋਗ ਹੈ ਇਹਨੂੰ, ਦੁੱਖ ਦਾਰੂ ਸੁਖ ਰੋਗ ਹੈ। ਪਰ ਜਿਹਨੂੰ ਸੁੱਖ ਸਮਝੀ ਬੈਠੀ ਉਹ ਤਾਂ ਰੋਗ ਹੈ, ਲੋਭ ਮੋਹ ਵਾਸਨਾ ਨਾਲ ਜੁੜੀ ਹੋਈ, ਉਹ ਤਾਂ ਰੋਗ ਹੈ। ਮਨ ਵੇਦਿਆ ਚਰਨਾ ਵਿਦ ਦਰਸ਼ਨ ਲੱਗੜਾ ਸਾ। ਮਨ ਵੇਦਿਆ ਚਰਨਾਰ ਵਿੰਦ ਦਰਸ਼ਨ ਲੱਗੜਾ ਸਾ। ਬੰਨ ਤਾਂ ਮਨ ਨੂੰ ਉਹਦੇ ਚਰਨਾਂ ਨਾਲ, ਬੁੱਧੀ ਮਨ ਨੂੰ ਬੰਨ੍ਹ ਕੇ ਬਿਠਾ ਦਿੰਦੀ ਹੈ। ਜਿਹਨੇ ਮਨ ਜਿੱਤ ਲਿਆ ਸੰਸਾਰ ਦੇ ਵਿੱਚ, ਉਹਦਾ ਤਾਂ ਕੰਮ ਹੀ ਖਤਮ ਹੋ ਗਿਆ। ਮਨ ਜੀਤੇ ਜਗਜੀਤ। ਬਸ ਫਿਰ ਉਹਦਾ ਆਦੇਸ਼ ਦਾ ਕਿਹਨੂੰ ਆਦੇਸ਼ ਦਿਸੇ ਆਦੇਸ਼, ਆਦ ਅਨੀਲ ਅਨਾਦ ਨਹਿਤ ਗੁਣ ਗੁਣ ਜੁਗ ਜੁਗ ਇੱਕ। ਫਿਰ ਤੁਹਾਨੂੰ ਉਹ ਤਾਂ ਉਹਨੂੰ ਨਮਸਕਾਰ ਕਰ ਰਿਹਾ, ਉਹਦਾ ਹੀ ਜਸ ਕਰੂਗਾ ਜਿਹਨੇ ਮਨ ਜਿੱਤਣਾ। ਪਹਿਲਾਂ ਬਾਣੀ ਨੂੰ ਸਮਝ ਕੇ ਮਨ ਨੂੰ ਜਿੱਤਣਾ, ਮਨ ਨੂੰ ਵਸ ਕਰਨ ਦੀ ਵਿਧੀ ਹੈ ਇਹ। ਮਨ ਵਸ ਆਵੇ ਨਾਨਕਾ ਪੂਰਨ ਕਿਰਪਾ। ਪੂਰਨ ਕਿਰਪਾ ਲੈਣੀ ਆ ਦਾਤੇ ਦੀ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ। ਓਟ ਗੋਬਿੰਦ ਗੋਪਾਲ, ਉਹਦੀ ਓਟ ਦੇ ਲੈ ਕੇ ਜਿਹੜੇ ਗੁਰਸਿੱਖ ਸੰਗਤ ਉਹਦਾ ਜਸ ਕਰਦੇ ਨੇ, ਇਹੀ ਲਾਹਾ ਵਾ। ਵਿਖਿਆ ਪੋ ਨ ਸਕੀ ਮਿਲ ਸਾਧੂ ਗੁਣ ਗਾ। ਮਾਇਆ ਦਾ ਅਸਰ ਨਹੀਂ ਹੁੰਦਾ ਉਹਨਾਂ 'ਤੇ। ਜੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ ਵੀ ਜਦੋਂ ਕਰਖ ਕਰਦੀ ਹੈ ਨਾ ਕੋਈ ਚੀਜ਼, ਸਾਨੂੰ ਖਿੱਚਦੀ ਹੈ, ਇਹ ਤਾਂ ਪਤਾ ਸਾਡੇ 'ਤੇ ਫਿਰ ਮਾਇਆ 'ਚ ਕਮੀ ਹੈ ਸਾਡੇ 'ਚ। ਜਿਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ, ਉਹਨੂੰ ਵਿਖਿਆ ਉਹੀ ਗੱਲ ਸਮਝਾ ਰਿਹਾ ਸਤਿਗੁਰ, ਉਹਨਾਂ ਨੂੰ ਮਾਇਆ ਪੋਗ ਨਹੀਂ ਸਕਦੀ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾ। ਅੱਜ ਤੋਂ ਲੱਗ ਹੋਈ ਸੀ ਆਤਮਾ, ਸੱਚ ਦਾ ਗਿਆਨ ਲੈ ਕੇ ਉਹ 'ਚ ਹੀ ਸਮਾ ਗਈ। ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀਆਂ। ਚਲੋ ਹੁਣ ਉਹਦਾ ਕੰਮ ਹੀ ਮੁੱਕ ਗਿਆ। ਸਤਿਗੁਰ ਸਮਝਾਉਂਦੇ ਨੇ, ਬਹੁੜ ਨਾ ਵਿਛੜੀਆਂ। ਪਾਰ ਬ੍ਰਹਮ ਨੇ ਕਿਰਪਾ ਕਰਤੀ, ਹੁਕਮ ਨੇ ਕਿਰਪਾ ਕਰਤੀ, ਇੱਕ ਹੋ ਗਏ। ਹੁਕਮ ਤੋਂ ਬਿਨਾਂ ਇੱਕ ਨਹੀਂ ਹੋ ਸਕਦੀ ਆਤਮਾ ਪ੍ਰਾਤਮਾ। ਸੰਤਾਂ ਕੇ ਕਾਰਜ ਵਿੱਚ ਆਪ ਖਲੋਇਆ,
ਹਰ ਕਰਮ ਕਰਾਵਣ ਆਇਆ। ਹਰ ਦਾ ਮਿਲਾਪ, ਹਰ ਸੰਤ ਦਾ ਮਿਲਾਪ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ ਹੈਗਾ। ਵਾਰ ਜਾਉ ਲਖ ਬੇਰੀਆਂ ਹਰ ਸੱਜਣ ਅਗਮ ਅਗਾ। ਮੈਂ ਬਲਿਹਾਰੀ ਜਾਂਦੀ ਹਾਂ ਐਡੇ ਦਾਤੇ ਤੋਂ, ਜਿਹੜਾ ਹਰ ਸੱਜਣ ਅਗਮ ਅਗਾ ਵਾ, ਉਹਦੀ ਬੁੱਧੀ ਦਾ ਤਾਂ ਕੋਈ ਅੰਤ ਪਾ ਹੀ ਨਹੀਂ ਸਕਦਾ। ਬਹੁਤ ਸ਼ਕਤੀ ਹੈ। ਸਰਮ ਪਾਈ ਨਰੈਣੇ ਨਾਨਕ ਦਰ ਪਈਆਂ। ਉਹਦੇ ਦਰ ਤੇ ਪਹੁੰਚ ਗਈਆਂ। ਸ਼ਰਮ ਉਦਮ ਕੀਤਾ, ਕਮਾਈ ਕੀਤੀ, ਉਹ ਨਰਾਇਣ ਨੇ ਕਿਰਪਾ ਕਰਤੀ, ਉਹਦੇ ਦਰ ਤੇ ਪਹੁੰਚ ਗਈਆਂ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਉਹਨੂੰ ਕੋਈ ਭੁੱਖ ਨਹੀਂ ਲੱਗਦੀ, ਕੋਈ ਠੰਡ ਨਹੀਂ ਲੱਗਦੀ, ਜਿਹਦੇ ਬੇਪਰਵਾਹ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ, ਉਹਨੂੰ ਸਾਰੇ ਸੋਹਣਾ ਲੱਗਦਾ ਵਾ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ। ਹੁਣ ਮਾਘੀ ਦੇ ਵਿੱਚ ਹੈ ਨਾ, ਜਿਹੜਾ ਨਹਾਉਣ ਕਰਦੇ ਨੇ ਫਿਰ ਦਾਨ ਪੁੰਨ ਕਰਦੇ ਨੇ। ਮਾਘੀ ਕੀ ਹੁੰਦੀ ਹੈ, ਉਹਨੂੰ ਸਮਝਾਉਣਗੇ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ। ਉਹ ਧੂੜੀ ਚੋਂ ਕੀ ਪੈਦਾ ਹੋਣਾ, ਉਹ ਮਜਨ ਇਸ਼ਨਾਨ ਚੋਂ ਕੀ ਪੈਦਾ ਹੋਣਾ। ਹੁਣ ਨਹਾਉਂਦੇ ਤਾਂ ਸਾਨੂੰ ਗਿਆਨ ਪੈਦਾ ਨਹੀਂ ਹੁੰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ। ਫੇਰ ਹੀ ਮਤਲਬ ਮਨ ਦੇ ਰੋਗ ਨਹੀਂ ਉਹ ਲਾਓ ਨਾ, ਸਰੀਰ ਦੇ ਲਾਉਣ ਲੱਗ ਗਏ ਅਸੀਂ। ਮਹੀਨਾ ਅਸੀਂ ਨਹਾਉਂਦੇ ਹਾਂ, ਉਹ ਜਾਓ ਕੋਈ ਗੱਲ ਨਹੀਂ, ਪਰ ਉਹ ਤਾਂ ਸਮਝਣਾ ਵਾ ਗੁਰੂ ਘਰ ਜਾ ਕੇ। ਪਰ ਜਿਹਨੂੰ ਅਸੀਂ ਨਹਾਉਣ ਮੰਨ ਲਿਆ, ਉਹ ਤਾਂ ਫਿਰ ਸਰੀਰ ਕਰਕੇ ਆ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਧੂੜੀ ਜਿਹੜਾ ਬਾਣੀ ਦਾ ਗਿਆਨ ਹੈ ਸੰਤ ਜਨਾਂ ਦਾ, ਇਹਦਾ ਮਨ ਦਾ ਇਸ਼ਨਾਨ ਕਰਾਉਣਾ। ਉਹ ਸਾਨੂੰ ਕੀ ਪ੍ਰਾਪਤ ਹੋਣਾ? ਹਰ ਕਾ ਨਾਮ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇਹ ਸਾਨੂੰ ਪ੍ਰਾਪਤੀ ਹੋਣੀ ਹੈ ਉਹ ਚੋਂ, ਹਰ ਕਾ ਨਾਮ। ਉਹਦਾ ਧਿਆਨ ਲਾ ਕੇ ਫਿਰ ਸਾਰਿਆਂ ਨੂੰ ਦੇਣਾ, ਸਮਝਾਉਣਾ, ਇਹੀ ਤਾਂ ਦਾਨ ਹੈ। ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਇਹ ਐਸਾ ਹੀ ਤੋੜ ਵਾ, ਇਹ ਐਸਾ ਗਿਆਨ ਵਾ ਜਿਹੜਾ ਉਹਨੂੰ ਸੁਣ ਲੈਂਦਾ ਹੈ, ਜਿਹਤੇ ਕਿਰਪਾ ਹੋ ਜਾਂਦੀ ਹੈ। ਜਨਮ ਕਰਮ, ਜਿਹੜਾ ਇਹਦਾ ਕਰਮ ਸੀਗਾ ਵਿਛੜਿਆ ਹੋਇਆ ਸੀ, ਉਹ ਵੀ ਲੈ ਜਾਂਦਾ। ਮਲ ਉਤਰੇ ਮਨ ਤੇ ਜਾਏ ਗੁਮਾਨ, ਹੰਕਾਰ ਹੀ ਖਤਮ ਹੋ ਜਾਂਦਾ। ਕਾਮ ਕ੍ਰੋਧ ਨਾ ਮੋਹੀਐ ਬਿਨ ਸੇ ਲੋਭ ਸੁਆਨ। ਸਭ ਤੋਂ ਵੱਧ ਲੋਭ ਤੰਗ ਕਰਦਾ ਸੀ, ਸੁਆਨ ਕੁੱਤਾ ਲੋਭ, ਉਹ ਵੀ ਖਤਮ ਹੋ ਜਾਂਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜੇ ਸੱਚੇ ਮਾਰਗ ਤੇ ਚੱਲਦੇ ਨੇ, ਜਹਾਨ ਦੇ ਵਿੱਚ ਉਸਤਤ ਕਰਦੇ ਨੇ, ਸੰਸਾਰ ਵੀ ਉਹਨਾਂ ਦੀ ਉਸਤਤ ਕਰਦਾ, ਕਿਉਂਕਿ ਸੱਚ ਦਾ ਮਾਰਗ ਹੈ। ਇਹਨੂੰ ਝੁਠਲਾ ਕੋਈ ਨਹੀਂ ਸਕਦਾ। ਸਮਝ ਨਾ ਆਵੇ ਵੱਖਰੀ ਗੱਲ ਹੈ, ਵਿਰੋਧ ਤਾਂ ਸੁਭਾਵਿਕ ਬਣਿਆ ਰਹਿੰਦਾ ਵਾ, ਪਰ ਇਹਨੂੰ ਮਨਾ ਵੀ ਨਹੀਂ ਕਰ ਸਕਦੇ। 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਉਹਦਾ ਫਿਰ ਜਿਹੜਾ ਹੈਗਾ 68 ਤੀਰਥ ਹੋ ਜਾਂਦੇ ਨੇ। ਕੀ ਕਰੇ ਉਹ? ਸਗਲ ਪੁੰਨ, ਉਹਦੇ ਪੁੰਨ ਵੀ ਪੂਰੇ ਹੋ ਗਏ। ਜੀ ਦਿਆ ਪ੍ਰਵਾਨ, ਉਹ ਸਮਝ ਲੈ ਵੀ ਜੀ ਦੇ ਦਿਆ ਕੀ ਹੈ। ਜੀ ਤੇ ਦਿਆ ਵਾ ਗਿਆਨ। ਦਿਆ ਜੇ ਆਪਾਂ ਆਸਾ ਦੀ ਵਾਰ ਦੇ ਬਚਨ ਲਈਏ ਸਤਿਗੁਰਾਂ ਦੇ, ਦਿਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਪੁੰਨ ਦਾਨ ਤਾਂ ਉਹਨੂੰ ਕਰਨਾ ਸੀ, ਆਤਮਾ ਤਾਂ ਭੁੱਖੀ ਹੈ ਭਾਈ, ਉਹਨੂੰ ਤਾਂ ਦਾਨ ਦਿੱਤਾ ਨਹੀਂ ਕੁਛ ਹੈਗਾ। ਸਰੀਰ ਕਰਕੇ ਤਾਂ ਖੁਰਾਕ ਸਾਰਿਆਂ ਨੂੰ ਦਿੰਦਾ, ਕੁਦਰਤ ਦਿੰਦੀ ਹੀ ਹੈ। ਇਹ ਦਾਨ ਵਾ। ਸਗਲ ਪੁੰਨ ਜੀ ਦਇਆ ਪ੍ਰਵਾਨ, ਇਹ ਦਰਗਾਹ 'ਚ ਪ੍ਰਵਾਨ ਨੇ ਜੋ ਦੱਸੇ ਗਏ ਨੇ। ਜਿਸਨੂੰ ਦੇਵੇ ਦਿਆ ਕਰ ਸੋਈ ਪੁਰਖ ਸੁਜਾਨ। ਪਰ ਆਪਣੇ ਕੋਲ ਨਹੀਂ ਹੁੰਦੇ ਇਹ, ਜਿਹੜਾ ਆਪਾਂ ਦਾਨ ਕਰਨਾ ਹੈ ਨਾਮ, ਇਹ ਤਾਂ ਉਹਦੀ ਰਹਿਮਤ ਹੋਣੀ ਹੈ ਕੁਦਰਤ ਦੀ। ਜਿਸ ਨੂੰ ਦੇਵੇ ਦਿਆ ਕਰ, ਜਿਹਤੇ ਕਿਰਪਾ ਕਰੂਗਾ ਉਹੀ ਪੁਰਖ ਸੁਜਾਨ ਹੈ, ਮਤਲਬ ਉਹਨੂੰ ਸੋਝੀ ਹੋਈ ਹੈ, ਉਹੀ ਦੇ ਸਕਦਾ ਵਾ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਹਾਂ, ਜਿਨ੍ਹਾਂ ਨੂੰ ਪ੍ਰਭ ਦੀ ਪ੍ਰਾਪਤੀ ਹੋ ਜਾਂਦੀ, ਸਤਿਗੁਰ ਕਹਿੰਦੇ ਅਸੀਂ ਤਾਂ ਭਾਈ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਮਾਗ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ। ਭਾਈ ਉਹੀ ਉਹਦਾ ਮਾਗੀ ਹੋਊਗੀ ਜਿਹੜਾ ਇੱਥੋਂ ਕੱਢਿਆ ਗਿਆ, ਜਿਹਨੂੰ ਕਾਲ ਨੇ ਛੜਤਾ। ਉਹਦੇ ਦਾਨ ਪੁੰਨ ਸਾਰੇ ਹੋ ਗਏ, ਉਹਦਾ ਨਹਾਉਣ ਵੀ ਹੋ ਗਿਆ। ਮਾਗ ਸੁੱਚੇ ਸੇ ਕਾਢੀਏ ਜਿਨ ਪੂਰਾ ਗੁਰ ਮਿਹਰਬਾਨ, ਜਿਹਨੇ ਗੁਰੂ ਨੇ ਪੂਰੀ ਸਮਰੱਥ ਗੁਰੂ ਸਿਰ ਹੱਥ ਧਰਿਓ, ਪੂਰਨ ਗਿਆਨ ਦੇਤਾ ਚਾਰ ਲੋਕਾਂ ਦਾ, ਉਹਦਾ ਭਾਈ ਮਾਗੀ ਹੋ ਗਈ। ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਇਹ ਫਲ ਗੁਣ ਜਿਹੜੇ ਹੁੰਦੇ ਨੇ ਕਿਹਨਾਂ ਕੋਲੇ? ਉਪਾਰ ਜਨਾਂ ਕੋਲੇ, ਹਰ ਜਨਾਂ ਕੋਲੇ ਉਪਾਰ ਗੁਣ ਹੁੰਦੇ ਆ, ਉਹਨਾਂ ਕੋਲੇ ਉਹ ਪ੍ਰਗਟ ਹੋ ਜਾਂਦੇ ਨੇ ਜਦੋਂ ਆਪਾਂ ਨੂੰ ਹਰ ਦਾ ਦਰਸ਼ਨ ਹੁੰਦਾ ਹੈ। ਫਲ ਗੁਣ ਆਨੰਦ ਉਪਾਰ ਜਨਾਂ ਹਰ ਸੱਜਣ ਪ੍ਰਗਟੇ ਆਏ। ਹਰ ਸੱਜਣ ਨਾਲ ਮਿਲ ਕੇ ਜਦੋਂ ਇਹ ਜਸ ਕਰਦਾ ਵਾ, ਉਹ 'ਚੋਂ ਆਨੰਦ ਆਉਂਦਾ ਵਾ, ਉਹ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਏ। ਉਹੀ ਸੰਤ ਸਹਾਈ ਕਿਹਦੇ ਨਹੀਂ, ਪਰ ਉਹ ਤਾਂ ਰਾਮ ਦੇ ਸੰਤ ਨੇ, ਆਪਦੇ ਸੰਤ ਨਹੀਂ ਹੈਗੇ। ਜਿਵੇਂ ਸੰਸਾਰ 'ਚ ਆਪਾਂ ਉਹਦੇ ਮਾਰਗ ਨੇ ਸੰਤਾਂ ਦੇ, ਉਹ ਗੱਲ ਨਹੀਂ ਹੈਗੀ ਇਹ ਭਾਈ। ਨਾ ਨਾ ਨਾ, ਇਹ ਨਿਰਾਕਾਰ ਦੁਨੀਆ ਦੀ ਗੱਲ ਹੈ। ਜਿਹੜੇ ਇਹ ਸੰਤ ਹੁੰਦੇ ਨੇ ਸਹਾਈ, ਉਹ ਰਾਮ ਦੇ ਹੁੰਦੇ ਨੇ, ਆਪ ਸੰਤ ਨਹੀਂ ਹੁੰਦੇ, ਰਾਮ ਦੇ ਸੰਤ ਹੁੰਦੇ ਨੇ। ਸੰਤ ਸਹਾਈ ਰਾਮ ਕੇ
ਕਰ ਕਿਰਪਾ ਦਿਆ ਉਹ ਮਿਲਾਏ। ਕਿਰਪਾ ਕਰਕੇ ਸਮਝਾਉਂਦੇ ਨੇ। ਜੇ ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲਈਏ, ਉਹ ਤਾਂ ਐਂ ਸਮਝਾਉਂਦੇ ਨੇ, ਕਹਿੰਦੇ ਸੁਪਨੇ ਮੇਂ ਬਰੜਾਏ ਕੇ ਜੈ ਮੁਖ ਨਿਕਸੇ ਨਾ ਰਾਮ ਤਾਂ ਕੇ ਪਗ ਕੀ ਪਹਾਨੀ ਮੇਰੇ ਤਨ ਕੋ ਚਾਂ। ਭਾਈ ਜੇ ਕੋਈ ਰਾਮ ਦਾ ਨਾਮ, ਜੇ ਕੋਈ ਕੁਦਰਤ ਦਾ ਦਰਸ਼ਨ ਕਰਨਾ ਚਾਹੁੰਦਾ, ਉਹਦੇ ਨਾਲ ਮਿਲਣਾ ਚਾਹੁੰਦਾ, ਕਹਿੰਦੇ ਮੇਰੇ ਤਨ ਦੀ ਜੁੱਤੀਆਂ ਬਣਾ ਦਿਓ ਉਹਨੂੰ। ਕਹਿੰਦੇ ਭਾਈ ਉਹ ਤਾਂ ਇਹੋ ਜਿਹੇ ਹੁੰਦੇ ਆ ਭਾਈ, ਸੰਤ ਸਹਾਈ। ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਹਾਂ, ਉਹ ਬਹੁਤ ਵਿੱਚ ਸਹਾਈ ਹੁੰਦੇ ਨੇ ਮਿਲਾਪ ਦੇ ਵਿੱਚ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ। ਹਾਂ, ਹੁਣ ਸਟੇਜ ਕੀ ਹੈ? ਸਹਿਜ ਦੀ ਦੁਨੀਆ 'ਚ ਬੈਠਾ ਵਾ, ਆਪਦੇ ਘਰ ਬੈਠਾ ਵਾ। ਦੁੱਖਾਂ ਦੀ ਉੱਥੇ ਹੈ ਹੀ ਨਹੀਂ ਗੀ, ਸੁੱਖਾਂ ਦੀ ਪ੍ਰਾਪਤੀ ਨੂੰ ਹੋ ਗਈ ਹੈ। ਸੇਜ ਸੁਹਾਵੀ ਸਰਬ ਸੁੱਖ ਨੇ ਉਹਦੇ ਕੋਲੇ। ਹੁਣ ਦੁੱਖਾਂ ਨਹੀਂ ਜਾਏ, ਹੁਣ ਥੱਲੇ ਨੂੰ ਕਾਹਤੇ ਆਊਗਾ ਭਾਈ? ਫਿਰ ਕਾਹਦੇ ਕਲਪਨਾ ਕਰੂ? ਫਿਰ ਸਾਰਾ ਕੁਝ ਦੀਂਦਾ ਉਹਨੂੰ, ਫਿਰ ਇੱਧਰ ਨੂੰ ਇੱਛਾ ਹੀ ਨਹੀਂ ਕਰਦਾ ਹੈਗਾ। ਕਬੂ ਕਬੂ ਇਹ ਸਾਧ ਸੰਗਤ ਪਾਵੈ ਉਸ ਸਥਾਨ ਤੇ ਬਹਰ ਨਾਵ। ਸਤਿਗੁਰ ਸਮਝਾਉਂਦੇ ਨੇ ਸੁਖਮਨੀ ਸਾਹਿਬ 'ਚ, ਜੇ ਕਿਸੇ ਗੁਰਸਿੱਖ ਨੂੰ, ਸੰਗਤ ਨੂੰ ਜਿਹਦੀ ਕਮਾਈ ਹੋ ਜਾਂਦੀ ਹੈ ਗੁਰਸ਼ਬਦ ਦੇ ਗਿਆਨ ਤੋਂ, ਫਿਰ ਇੱਥੇ ਵਾਪਸ ਨਹੀਂ ਆਉਂਦਾ। ਇੱਕ ਵਾਰੀ ਹੀ ਹੋਣੀ ਹੈ ਇਹ। ਇਸ ਪੁੰਨੀ ਵਡਭਾਗਣੀ ਬਰ ਪਾਇਆ ਹਰ ਰਾਏ। ਇਸ ਪੁੰਨੀ ਇੱਛਾ ਜਿਹੜੀ ਸੀਗੀ ਮਨ ਕੇ ਆਈ ਸੀ ਆਤਮਾ, ਪ੍ਰਾਤਮਾ 'ਚ ਲੈ ਹੋ ਗਈ, ਹਰ ਉਹਨੇ ਬਰ ਪਾ ਲਿਆ। ਜਿਵੇਂ ਆਪਾਂ ਲਾਵਾਂ ਕੀਤੀਆਂ 'ਚ ਪਿੱਛੇ, ਲਾਵਾਂ ਦੇ ਵਿੱਚ ਵੀ ਇਹੀ ਵਿਸ਼ਾ ਬਣਦਾ। ਦਰਸ਼ਨ, ਪਰਸਨ, ਸਰਸਣ, ਹਰਸਣ, ਚਾਰ ਪ੍ਰਾਪਤੀਆਂ ਨੇ ਭਾਈ। ਇਹ ਆਪਾਂ ਚੱਲਣੀਆਂ ਨੇ। ਸਮਝਾਂਗੇ ਗੁਰੂ ਭਗਤਾਂ ਦਾ ਸਾਈ ਰਾਹ, ਤੇ ਫਿਰ ਹੀ ਸਾਨੂੰ ਇਹ ਪ੍ਰਾਪਤ ਹੋਣੀ ਆ। ਮਿਲ ਸਈਆਂ ਮੰਗਲ ਗਾਵੀ ਗੀਤ ਗੋਬਿੰਦ ਅਲਾਏ। ਇਹੀ ਵਿਧੀ ਹੈ ਭਾਈ। ਇੱਕ ਹੋਏ ਤੋਂ ਬਿਨਾਂ ਉਹਦੇ ਮੰਗਲ ਗੀਤ ਨਹੀਂ ਗਾਈ ਜਾਂਦੇ। ਉਦੋਂ ਪਹਿਲਾਂ ਜੇ ਮਨ ਗਾਉਂਦਾ ਵੀ ਆ ਤਾਂ ਆਪਦੇ ਹੀ ਗਵਾਉਂਦਾ ਵਾ, ਆਪਦੇ ਹੀ ਜਸ ਕਰਾਉਂਦਾ ਵਾ, ਆਪਦੇ ਆਪ ਨੂੰ ਹੀ ਭਲਾ ਕਹਾਉਂਦਾ ਵਾ। ਹਰ ਜੇਹਾ ਅਵਰ ਨ ਦਿਸੀ ਕੋਈ ਦੂਜਾ ਲਵੇ ਨ ਲਾਏ। ਹਰ ਵਰਗਾ ਹੋਰ ਤਾਂ ਕੋਈ ਹੈ ਹੀ ਨਹੀਂ। ਜੇ ਆਪਾਂ ਬਾਬਾ ਫਰੀਦ ਜੀ ਦਾ ਸ਼ਲੋਕ ਲਈਏ, ਫਰੀਦਾ ਗੱਲੀ ਸੱਜਣ ਵੀ ਹਾਂ ਇੱਕ ਟੁੜੇਂਦੀ ਨਾਲ ਹਾਂ ਧੁੱਖੇ ਜਿਉ ਮਲੀ ਤਿੰਨਾ ਕਾਰਨ ਮਾਂ ਪੀਰੀ। ਫਰੀਦਾ ਅੱਜ ਮੇਰਾ ਜੀਵਨ ਜਿਹੜਾ ਇਹੋ ਜਿਹਾ ਹੋਇਆ, ਧੁੱਖੇ ਹੁੰਦਾ ਜਿਵੇਂ ਉਹ ਗੋਹਾ ਧੁੱਖਦਾ ਨਹੀਂ ਹੁੰਦਾ ਅੱਗ। ਕਹਿੰਦੇ ਅੱਜ ਮੇਰਾ ਹਿਰਦਾ ਐਂ ਧੁੱਖਦਾ ਵਾ, ਇਹ ਗੱਲਾਂ ਨਾਲ ਸਾਰੇ ਸੱਜਣ ਬਣੇ ਹੋਏ ਸੀ, ਕੋਈ ਇੱਕ ਨਹੀਂ ਲੱਭਿਆ ਮੈਨੂੰ ਜਿਹੜਾ ਅੱਲਾ ਨਾਲ ਮਿਲਾਪ ਕਰਾ ਦੇਵੇ। ਹਲਤ ਪਲਤ ਸਵਾਰੀਆਂ ਨਹਿਚਲ ਦਿੱਤਿਆਂ ਜਾਏ। ਉਹਨਾਂ ਦਾ ਭਾਈ ਗੁਰਸਿੱਖ ਸੰਗਤ ਦਾ ਲੋਕ ਪ੍ਰਲਾਪ ਸਹਾਈ ਹੋ ਜਾਂਦਾ ਹੈ। ਹਲਤ ਪਲਤ ਸਵਾਰੀਆਂ ਨਿਸ਼ਚਲ ਜਗ੍ਹਾ ਆਪਦੇ ਘਰ ਪਹੁੰਚ ਜਾਂਦੇ ਨੇ। ਸੰਸਾਰ ਸਾਗਰ ਤੇ ਰੱਖੀਆਂ ਬਹੁਣ ਨ ਜਨਮੇ ਧਾਏ। ਉਹ ਦਾਤੇ ਦੀ ਕੁਦਰਤ ਦੀ ਰਹਿਮਤ ਹੋ ਜਾਂਦੀ ਹੈ। ਉਹ ਸਿੱਖ ਸੰਗਤ ਤੇ ਜਿਹੜੀ ਉਹਦੇ ਭਾਣੇ ਅਨੁਸਾਰ ਚੱਲਦੇ ਨੇ, ਸੰਸਾਰ ਸਾਗਰ 'ਚ ਉਹਨਾਂ ਨੂੰ ਕੱਢ ਲਿਆ ਜਾਂਦਾ ਹੈ। ਬਹੁਤ ਜੰਮਣ ਮਰਨ ਦਾ ਖਤਮ ਹੋ ਜਾਂਦਾ ਹੈ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਹਾਂ, ਜੇਬਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਫਿਰ ਉਹ ਕੀ ਕਹਿੰਦੇ ਨੇ ਗੁਰਸਿੱਖ, ਬੁੱਧੀ ਏਕਾ ਤੇਰੀ ਉਸਤਤ ਏਕ। ਜੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਬਚਨ ਲਈਏ, ਜੇਬਾ ਏਕ ਉਸਤਤ ਅਨੇਕ। ਕਿਵੇਂ ਕਰੀਏ ਉਹਦੀ ਉਸਤਤ? ਬੁੱਧੀ ਇੱਕ ਹੈ, ਉਹਦੀਆਂ ਉਸਤਤਾਂ ਅਨੇਕਾਂ ਨੇ। ਫਲ ਗੁਣ ਨਿਤ ਸਲਾਈ ਹੈ ਜਿਸਨੂੰ ਤਿਲ ਨਾ ਤਮਾਏ। ਹਾਂ, ਜਿਹਦੇ ਅੰਦਰ ਤਿਲ ਜੀ ਦੀ ਇੱਛਾ ਨਹੀਂ ਹੁੰਦੀ ਭਾਈ, ਇਹ ਗੁਣ ਗਾਉਣ ਨਾਲ ਉਹਦੀ ਇੱਛਾ ਖਤਮ ਹੋ ਜਾਂਦੀ ਹੈ। ਜਿਹਨਾਂ ਦੇ ਅੰਦਰ ਹੁੰਦੀ ਨਹੀਂ ਉਹੀ ਉਹਦੇ ਗੁਣ ਗਾਉਂਦੇ ਨੇ। ਇਹ ਗੁਣਾਂ ਦਾ ਵਿਆਖਿਆ ਕਰਦੀ ਹੈ ਬਾਣੀ। ਇਹ ਗੁਣ ਆਪਾਂ ਪ੍ਰਾਪਤ ਕਰਨੇ ਨੇ। ਬਿਨ ਗੁਣ ਕੀਤੇ ਭਗਤ ਨਾ ਹੋਈ, ਸਤਿਗੁਰਾਂ ਨੇ ਸਮਝਾਇਆ ਸਾਨੂੰ। ਜਦ ਭਗਤੀ ਜਦ ਸ਼ੁਰੂ ਹੋਊ ਭਾਈ ਆਪਣੀ, ਜਦੋਂ ਸਾਡੇ ਗੁਣ ਪੈਦਾ ਹੋਣਗੇ, ਨਿਰਭਉ ਹੋਵਾਂਗੇ ਅਸੀਂ, ਨਿਰਵੈਰ ਹੋਵਾਂਗੇ, ਕਾਲ ਤੋਂ ਮੁਕਤ ਹੋਵਾਂਗੇ, ਜਿਉਂਦੇ ਇਹ ਸਰੀਰ 'ਚੋਂ ਆਪਦੇ ਘਰ ਪਹੁੰਚਾਂਗੇ, ਦੇਖ ਲਓ, ਫਿਰ ਸਾਡੀ ਭਗਤੀ ਸ਼ੁਰੂ ਹੋਊਗੀ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਸਤਿਗੁਰ ਸਮਝਾਉਂਦੇ ਨੇ ਵੀ ਜਿਨ੍ਹਾਂ ਨੇ ਨਾਮ ਦੀ ਭੁੱਖ ਪੈਦਾ ਕੀਤੀ, ਗੁਰਸ਼ਬਦ ਦੀ ਕਮਾਈ ਤੋਂ ਇੱਛਾ ਕੀਤੀ, ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋਈ, ਉਹਨਾਂ ਦਾ ਕਾਰਜ ਪੂਰਾ ਹੋਇਆ। ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਆਰਾਧਨਾ 'ਚ ਲੱਗੇ ਰਹੇ, ਗਿਆਨ ਲੈ ਕੇ ਦਰਗਾਹ ਦੇ ਵਿੱਚ ਸੱਚੇ ਜਿਹੜੇ ਸੀਗੇ ਉਹ ਪਹੁੰਚ ਗਏ ਆਪਦੇ ਘਰੇ। ਸਰਬ ਸੁਖ ਨਿਤ ਚਰਨ ਹਰ ਭੌਜਲ ਬਿਖਮ ਤਰੇ। ਇਹ ਭੌਜਲ ਬਿਖਮ ਭਾਈ ਤਰਨਾ ਤਾਂ ਗੁਰੂ ਦੇ ਚਰਨਾਂ ਨਾਲ ਲੱਗਣਾ ਪਊ। ਇਹ ਗਿਆਨ ਆਪਾਂ ਨੂੰ ਲੈਣਾ ਹੀ ਪਊਗਾ ਹਰ ਦਾ, ਕਿ ਹਰ ਦੀ ਬਾਣੀ ਹੈ, ਹਰ ਦੀ ਕਥਾ ਵਾ। ਇਹ ਭੌਜਲ ਜਗਤ ਨ ਜਾਈ ਤਰਣਾ ਗੁਰਮੁਖ ਹਰ ਤਰ ਤਾਰੀ। ਇਹ ਹਰ ਦਾ ਗਿਆਨ ਲੈ ਕੇ ਇਹ ਸੰਸਾਰ ਤਰਿਆ ਜਾਣਾ ਭਾਈ। ਪ੍ਰੇਮ ਭਗਤ ਤਿਨ ਪਾਈਆਂ ਵਿਖਿਆ ਨਾਹੀ ਜਰੇ। ਇਹ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਭਾਈ। ਇਹ ਪ੍ਰੇਮਾ ਭਗਤੀ ਹੈ। ਜਿਹੜੇ ਮਾਇਆ ਤੋਂ ਉੱਪਰ ਉੱਠ ਖੜ੍ਹਦੇ ਨੇ, ਮਾਇਆ ਦੀ ਇਹਦੇ ਅੰਦਰ ਇੱਛਾ ਨਹੀਂ ਹੁੰਦੀ। ਕੂੜ ਗਏ ਦੁਬਤਾ ਨਸੀ ਪੂਰਨ ਸੱਚ ਭਰੇ। ਕੂੜ ਝੂਠ ਨਾਲ ਉਹਨਾਂ ਦਾ ਸੰਗ ਛੁੱਟ ਗਿਆ, ਸੰਸਾਰ ਤੋਂ ਉਹਨਾਂ ਦਾ ਛੁਟਕਾਰਾ ਹੋ ਗਿਆ, ਦੁਵਿਧਾ ਉਹਨਾਂ ਦੀ ਖਤਮ ਹੋ ਗਈ। ਸੱਚ ਦਰਗਾਹ ਦੇ ਵਿੱਚ ਉਹ ਪਹੁੰਚ ਗਏ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ। ਉਹਨਾਂ ਦੇ ਮਨ ਦੇ ਅੰਦਰ ਇੱਕ ਦੀ
ਜੋਤ ਹੁੰਦੀ ਹੈ, ਇੱਕ ਦਾ ਹੀ ਗਿਆਨ ਹੁੰਦਾ, ਉਹ ਇੱਕ ਦਾ ਹੀ ਜਸ ਕਰਦੇ ਨੇ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਦਿਨਾਂ ਦੀ ਕੋਈ ਗੱਲ ਨਹੀਂ ਭਾਈ, ਨਾ ਮਹੀਨਿਆਂ ਦੀ ਗੱਲ ਹੈ, ਨਾ ਹਫ਼ਤਿਆਂ ਦੀ ਗੱਲ ਹੈ, ਨਾ ਅੱਖਰਾਂ ਦੀ ਗੱਲ ਹੈ। ਇਹ ਤਾਂ ਜਿਹਦੇ ਕਿਰਪਾ ਕਰ ਦੇਵੇ, ਜਿਹਨੂੰ ਸਮਝ ਆ ਗਈ, ਉਹਨੂੰ ਸਾਰੇ ਭਲੇ ਹੀ ਨੇ ਭਾਈ। ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ। ਸਤਿਗੁਰੂ ਸਮਝਾਉਂਦੇ ਨੇ ਭਾਈ, ਇਹੀ ਬੇਨਤੀ ਕਰਨੀ ਆ, ਇਹੀ ਹਰ ਦੇ ਅੱਗੇ ਬੇਨਤੀ ਕਰਨੀ ਹੈ। ਬੇਨਤੀ ਤਾਂ ਕਰੋਗੇ ਭਾਈ, ਸੱਚ ਦਾ ਗਿਆਨ ਹੋਊਗਾ। ਸਤਿਗੁਰਾਂ ਦੇ ਰਸਾਏ ਰਾਹ 'ਤੇ ਆਪਾਂ ਚੱਲਣਾ ਵਾ। ਆਓ ਸਾਰੇ ਮਿਲ ਕੇ ਬਾਣੀ ਦਾ ਓਟ ਆਸਰਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।